ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੀ ਕਿਤਾਬ ਸੁਨਹਿਰਾ ਭਵਿੱਖ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਤਾਂ ਫਿਰ ਤੁਹਾਡੇ ਟੈਲੀਫੋਨ ਦੇ ਰਾਹੀਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਨੁਕਤਿਆਂ 'ਤੇ ਜਿਹੜੇ ਮੈਂ ਇਸ ਲੇਖ ਵਿੱਚ ਉਠਾਏ ਹੁੰਦੇ ਹੈ, ਇਸ ਨਿਬੰਧ ਵਿੱਚ ਉਠਾਏ ਹੁੰਦੇ ਹੈ, ਜਾਂ ਕੁਛ ਉਹਨਾਂ ਨੁਕਤਿਆਂ ਬਾਰੇ ਜਿਨ੍ਹਾਂ ਬਾਰੇ ਸ਼ਾਇਦ ਮੈਂ ਉਹਦੇ ਬਾਰੇ ਨਾ ਗੱਲ ਕੀਤੀ ਹੋਵੇ, ਉਹਨਾਂ 'ਤੇ ਵੀ ਸੰਵਾਦ ਰਚਾਇਆ ਜਾਂਦਾ। ਸੋ ਇਸ ਕਰਕੇ ਜੇ ਤੁਸੀਂ ਮੈਂ ਜਦੋਂ ਲੇਖ ਨੂੰ ਪੜ੍ਹੂੰਗਾ ਉਹਨੂੰ ਥੋੜ੍ਹਾ ਟਾਈਮ ਲੱਗੂਗਾ, 4-5 ਮਿੰਟ ਲੱਗ ਸਕਦੇ ਆ, ਅਤੇ ਤੁਸੀਂ ਹੁਣ ਤੋਂ ਵੀ ਜਿਹੜਾ ਹੈਗਾ ਆਪਣਾ ਟੈਲੀਫੋਨ ਜਿਹੜਾ ਉਹਨੂੰ ਹੋਲਡ ਕਰਾ ਸਕਦੇ ਆ। ਅਤੇ ਸਾਡਾ ਬਰਤਾਨੀਆ ਦਾ ਨੰਬਰ ਹੈਗਾ 0121 502 4304। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ 0044 121 502 4304 ਨੰਬਰ ਘੁਮਾਉਣਾ ਪਊਗਾ। ਅਤੇ ਜਿਹੜਾ ਅੱਜ ਮੈਂ ਲੇਖ ਇਹ ਲੈ ਕੇ ਆਇਆ ਹੈਗਾ ਉਹਦਾ ਨਾਂ ਹੈਗਾ ਧੱਕੇਸ਼ਾਹੀ। ਅਤੇ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਇਹ 4-5 ਸਫ਼ੇ ਦਾ ਲੇਖ ਹੈਗਾ। ਅਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਜਿਹੜਾ ਟੈਲੀਫੋਨ ਦੇ ਰਾਹੀਂ ਡਿਸਕੋਰਸ ਰਚਾਉਣ ਦੀ ਕੋਸ਼ਿਸ਼ ਕਰਦਾ। ਧੱਕੇਸ਼ਾਹੀ ਦੀ ਪਰਿਭਾਸ਼ਾ ਘੋਖਦਿਆਂ ਸਮਝ ਲੱਗਦੀ ਹੈ ਕਿ ਜਦੋਂ ਤੁਸੀਂ ਅਜੇ 5 ਜਾਂ 6 ਸਾਲ ਦੇ ਹੀ ਹੁੰਦੇ ਹਾਂ ਤਾਂ ਸਾਨੂੰ ਇਹ ਸੋਝੀ ਆ ਜਾਂਦੀ ਹੈ ਕਿ ਕਿਸੇ ਨਾਲ ਹਮਦਰਦੀ ਕਿਵੇਂ ਕਰਨੀ ਹੈ, ਅਤੇ ਇਸ ਉਮਰ ਵਿੱਚ ਇਸੇ ਕਰਕੇ ਕਿਸੇ ਹੋਰ ਹਮ ਉਮਰ ਨਾਲ ਕੋਈ ਕੁੱਟਮਾਰ ਕਰ ਰਿਹਾ ਹੋਵੇ ਤਾਂ ਅਸੀਂ ਰੋਣ ਲੱਗ ਜਾਂਦੇ ਹਾਂ। ਇਨਸਾਫ, ਗਲਤ, ਝੂਠ, ਬੇਇਨਸਾਫੀ ਅਤੇ ਕਿਸੇ ਨਾਲ ਹੋ ਰਹੇ ਧੱਕੇ ਬਾਰੇ ਵੀ ਅਸੀਂ ਜਾਣਨਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਗੱਲ ਠੀਕ ਨਹੀਂ ਹੈ, ਅਤੇ ਇਸ ਤਰ੍ਹਾਂ ਦਾ ਵਰਤਾਵ ਉਹ ਵੱਡੇ ਲੋਕ ਪਸੰਦ ਨਹੀਂ ਕਰਦੇ ਜਿਨ੍ਹਾਂ ਦੀ ਮੈਂ ਇੱਜ਼ਤ ਕਰਦਾ ਹਾਂ, ਅਤੇ ਉਹ ਲੋਕ ਵੀ ਜਿਹੜੇ ਮੇਰੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ। ਧੱਕੇਸ਼ਾਹੀ ਵਾਲੇ ਵਰਤਾਵ ਨਾਲ ਸਾਨੂੰ ਇਹਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਗਿਰਾ ਦੇਣ ਵਾਲਾ ਡਰ ਵੀ ਸਾਨੂੰ ਲੱਗ ਜਾਂਦਾ ਹੈ। ਇਸੇ ਕਰਕੇ ਚੰਗਾ ਬੱਚਾ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕੁਝ ਬੱਚੇ ਦੂਜਿਆਂ ਦੇ ਅਹਿਸਾਸ ਭਾਵਨਾਵਾਂ ਦੀ ਹੀ ਪਰਵਾਹ ਨਹੀਂ ਕਰਦੇ, ਸਗੋਂ ਆਪਣੇ ਅਹਿਸਾਸ ਭਾਵਨਾਵਾਂ ਤੋਂ ਵੀ ਦੂਰ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨਾਲ ਮਾੜਾ ਵਰਤਾਵ ਹੋਇਆ ਹੁੰਦਾ ਹੈ, ਅਤੇ ਇਸੇ ਕਰਕੇ ਧੱਕੇਸ਼ਾਹੀ ਵਾਲੇ ਵਰਤਾਵ ਵੱਲ ਖਿੱਚੇ ਜਾਂਦੇ ਹਨ। ਅੰਗਰੇਜ਼ੀ ਵਿੱਚ ਇਹਨੂੰ ਬੁਲਿੰਗ ਕਿਹਾ ਜਾਂਦਾ ਹੈ। ਬਚਪਨ ਦੇ ਮਾੜੇ ਤਜਰਬੇ ਇਹਨਾਂ ਬੱਚਿਆਂ ਨੂੰ ਬਾਅਦ ਵਿੱਚ ਧੱਕੜ ਕਿਸਮ ਦੇ ਇਨਸਾਨ ਬਣਾ ਦਿੰਦੇ ਹਨ, ਅਤੇ ਉਹ ਕਈ ਤਰ੍ਹਾਂ ਦੇ ਜ਼ੁਲਮਾਂ ਵਿੱਚ ਫਸ ਜਾਂਦੇ ਹਨ। ਉਹਨਾਂ ਨੂੰ ਇਹ ਅਹਿਸਾਸ ਨਹੀਂ ਰਹਿੰਦਾ ਕਿ ਉਹ ਜਿਉਂਦੇ ਜੀਵਾਂ ਦਾ ਜਿਉਣਾ ਮੁਹਾਲ ਕਰ ਦਿੰਦੇ ਹਨ, ਜਿਸ ਨਾਲ ਉਹ ਲੋਕ ਸਾਰੀ ਉਮਰ ਉਦਾਸੀ ਅਤੇ ਸਵੈਹੀਣਤਾ ਦਾ ਸੰਤਾਪ ਭੋਗਦੇ ਰਹਿੰਦੇ ਹਨ। ਇਨਸਾਨ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਲੋੜਾਂ ਦੀ ਘਾਟ ਉਹਨੂੰ ਕਈ ਤਰ੍ਹਾਂ ਦੀਆਂ ਅਲਾਮਤਾਂ ਲਵਾਉਂਦੀ ਹੈ। ਧੱਕੜ, ਚੋਰ, ਬਦਮਾਸ਼, ਨਖੱਟੂ, ਕਾਤਲ, ਹੇਰਾਫੇਰੀਆਂ ਕਰਨ ਵਾਲੇ ਅਤੇ ਜ਼ਾਲਮ ਲੋਕ ਜੰਮਦੇ ਹੀ ਇਸ ਤਰ੍ਹਾਂ ਦੇ ਨਹੀਂ ਹੁੰਦੇ, ਸਗੋਂ ਜੰਮਣ ਤੋਂ ਬਾਅਦ ਜਿਹੜੇ ਲੋਕਾਂ ਨਾਲ ਉਸ ਬੱਚੇ ਦਾ ਵਾਸਤਾ ਪੈਂਦਾ ਹੈ ਉਹ ਉਹਦੇ ਇਹੋ ਜਿਹੇ ਵਰਤਾਵ ਦੇ ਜ਼ਿੰਮੇਵਾਰ ਹੁੰਦੇ ਹਨ। ਇਹੀ ਕਾਰਨ ਹੈ ਕਿ ਮਨੋਵਿਗਿਆਨਕ ਇਸ ਗੱਲ ਨੂੰ ਮੰਨਦੇ ਹਨ ਕਿ ਸਾਡਾ ਬਚਪਨ ਯਾਨੀ ਕਿਸੇ ਮਕਾਨ ਦੀ ਨੀਂਹ ਬਹੁਤ ਸੁਰੱਖਿਅਤ, ਮਜ਼ਬੂਤ ਅਤੇ ਹੰਢਣਸਾਰ ਹੋਣੀ ਚਾਹੀਦੀ ਹੈ। ਸ਼ਖਸੀਅਤ ਰੂਪੀ ਮਕਾਨ ਲਈ ਭਰਪੂਰ ਪਿਆਰ, ਸਵੈਮਾਣ, ਇੱਜ਼ਤ, ਹੋਣ ਦੀ ਇੱਜ਼ਤ ਅਤੇ ਕਦਰ ਕਰਨੀ ਆਦਿ ਇੱਕ ਸੰਤੁਲਨ ਸ਼ਖਸੀਅਤ ਵੱਲ ਅਹਿਮ ਜ਼ਰੂਰਤਾਂ ਹਨ। ਜਦ ਇਹਨਾਂ ਵਿੱਚ ਘਾਟ ਰਹਿ ਜਾਂਦੀ ਹੈ ਤਾਂ ਅਸੀਂ ਸਮਾਜ ਵਿੱਚ ਉਹਨਾਂ ਇਨਸਾਨਾਂ ਨੂੰ ਵੱਖਰਾ ਕਰਦੇ ਹਾਂ ਜਿਨ੍ਹਾਂ 'ਤੇ ਅਸੀਂ ਕਾਨੂੰਨਾਂ ਅਤੇ ਸਮਾਜਿਕ ਕਦਰਾਂ ਕੀਮਤਾਂ ਰਾਹੀਂ ਬੰਦਿਸ਼ਾਂ ਅਤੇ ਬਲਗਣਾ ਲਾਉਂਦੇ ਹਾਂ। ਇਸ ਸਾਰੇ ਤਾਣੇ ਬਾਣੇ ਵਿੱਚ ਤਾਕਤ ਦੀ ਧੌਂਸ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਅਤੇ ਇਹ ਧੌਂਸ ਅਸੀਂ ਆਪਣੇ ਵਰਤਾਵ ਰਾਹੀਂ ਜ਼ਾਹਰ ਕਰਦੇ ਹਾਂ। ਇਸ ਧੌਂਸ ਦਾ ਸਰੋਤ ਸਾਡੀ ਸੋਚ ਹੁੰਦੀ ਹੈ, ਜਿਹਨੂੰ ਸਾਡੇ ਮਾਂ-ਬਾਪ, ਰਿਸ਼ਤੇਦਾਰਾਂ, ਦੋਸਤਾਂ, ਸਮਾਜਿਕ, ਧਾਰਮਿਕ ਕਾਇਦੇ ਕਾਨੂੰਨਾਂ ਆਦਿ ਨੇ ਮੋਹਰ ਲਾ ਕੇ ਪੱਕਿਆਂ ਕੀਤਾ ਹੁੰਦਾ ਹੈ। ਇਸ ਸੋਚ ਵਿੱਚ ਪੜ੍ਹਾਈ ਲਿਖਾਈ, ਸਿੱਖਿਆ, ਅਖਬਾਰਾਂ, ਕਿਤਾਬ, ਰੇਡੀਓ, ਟੈਲੀਵਿਜ਼ਨ ਆਦਿ ਨੇ ਵੀ ਹਿੱਸਾ ਪਾਇਆ ਹੁੰਦਾ ਹੈ। ਇਸ ਸੋਚ ਦੇ ਸਾਡੇ 'ਤੇ ਦਿਨ ਰਾਤ ਵਾਰ-ਵਾਰ ਪੋਚੇ ਫੇਰੇ ਜਾਂਦੇ ਹਨ, ਅਤੇ ਰੋਗਨ ਵਾਂਗ ਇਸ ਸੋਚ ਦੀਆਂ ਤਹਿਾਂ ਸਾਡੇ 'ਤੇ ਚੜ੍ਹ ਜਾਂਦੀਆਂ ਹਨ। ਇਹ ਸੋਚ ਤੋਂ ਬਾਅਦ ਅਸੀਂ ਕੰਮ ਕਰਦੇ ਹਾਂ। ਵਾਰ-ਵਾਰ ਉਹ ਕੰਮ ਕਰਨ ਤੋਂ ਬਾਅਦ ਸਾਡੀ ਫਿਰ ਆਦਤ ਬਣ ਜਾਂਦੀ ਹੈ, ਅਤੇ ਫਿਰ ਆਦਤ ਤੋਂ ਬਾਅਦ ਸਾਡਾ ਅਨਿੱਖੜਵਾਂ ਵਰਤਾਵ ਬਣ ਜਾਂਦਾ ਹੈ। ਇਹ ਵਰਤਾਵ ਅਗਰ ਸਮੂਹ ਦਾ ਹੋਵੇ ਤਾਂ ਪ੍ਰਮਾਣਿਤ ਹੋ ਕੇ ਸੱਭਿਆਚਾਰ ਦਾ ਅਟੁੱਟਵਾਂ ਅੰਗ ਹੋ ਨਿਬੜਦਾ ਹੈ। ਇਹੀ ਕਾਰਨ ਹੈ ਕਿ ਸਾਡੇ ਸਮਾਜ ਦੀਆਂ ਕਈ ਗਲਤ ਗੱਲਾਂ ਸਦੀਆਂ ਦਰ ਸਦੀਆਂ ਚੱਲਦੀਆਂ ਆ ਰਹੀਆਂ ਹਨ, ਅਤੇ ਅਸੀਂ ਖਾਮੋਸ਼ੀ ਨਾਲ ਉਹਨਾਂ ਨੂੰ ਮੰਨਦੇ ਆ ਰਹੇ ਹਾਂ। ਉਹਨਾਂ ਗਲਤ ਰੀਤੀ ਰਿਵਾਜਾਂ 'ਤੇ
ਕਿੰਤੂ ਕਰਨ ਨਾਲ ਸਾਨੂੰ ਅਲੱਗ ਬਣਨਾ ਪੈਂਦਾ ਹੈ ਅਤੇ ਇਸ ਨੂੰ ਤੋੜਨਾ ਵੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਸਾਡੀ ਸੋਚ 'ਤੇ ਬਹੁਤ ਸਾਲਾਂ ਦੇ ਵਾਰ-ਵਾਰ ਰੋਗਨ ਕੀਤੇ ਗਏ ਹੁੰਦੇ ਹਨ ਅਤੇ ਸੋਚ ਤਹਿ ਤਹਿ ਚੜ੍ਹੀ ਹੋਣ ਕਰਕੇ ਉਸ ਖੋਲ ਨੂੰ ਤੋੜਨਾ ਸੁਖਾਲਾ ਨਹੀਂ ਹੁੰਦਾ ਹੈ। ਇਸ ਸਮੂਹ ਦਾ ਵਰਤਾਵ ਧੱਕੇਸ਼ਾਹੀ ਜਾਂ ਬੁਲਿੰਗ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਜੋ ਲੋਕ ਇਸ ਧੱਕੇਸ਼ਾਹੀ ਦੇ ਸ਼ਿਕਾਰ ਹੁੰਦੇ ਹਨ ਉਹ ਵੀ ਕਈ ਵਾਰ ਭਾਣਾ ਮੰਨ ਕੇ ਬੈਠੇ ਰਹਿੰਦੇ ਹਨ ਅਤੇ ਇਸ ਨੂੰ ਆਪਣੀ ਹੋਣੀ ਮੰਨ ਬੈਠਦੇ ਹਨ, ਪਰ ਕੁਝ ਚੇਤੰਨ ਲੋਕ ਇਸ ਧੱਕੇਸ਼ਾਹੀ ਦੇ ਖਿਲਾਫ ਉੱਠ ਖੜ੍ਹਦੇ ਹਨ ਅਤੇ ਉਹ ਹੀ ਲੋਕ ਹੁੰਦੇ ਹਨ ਜੋ ਸਮਾਜ ਵਿੱਚ ਤਬਦੀਲੀ ਲਿਆਉਂਦੇ ਹਨ। ਅਸੀਂ ਧੱਕੇਸ਼ਾਹੀ ਦੇ ਖਿਲਾਫ ਕਈ ਵਾਰ ਖੜ੍ਹਦੇ ਨਹੀਂ ਹਾਂ ਕਿਉਂਕਿ ਸਿੱਧੇ ਤੌਰ 'ਤੇ ਇਹਦਾ ਅਸਰ ਸਾਡੇ 'ਤੇ ਸ਼ਾਇਦ ਨਾ ਪੈਂਦਾ ਹੋਵੇ, ਪਰ ਜੋ ਵਰਗ ਇਹਦਾ ਸ਼ਿਕਾਰ ਹੁੰਦਾ ਹੈ ਉਹਦੇ ਲਈ ਇਨਸਾਫ ਅਤੇ ਦਇਆ ਭਾਵਨਾ ਦਾ ਅਹਿਸਾਸ ਨਾ ਹੋਣਾ ਸਾਨੂੰ ਵਧੀਆ ਇਨਸਾਨ ਅਖਵਾਉਣ ਤੋਂ ਦੂਰ ਕਰਦਾ ਹੈ। ਧੱਕੇਸ਼ਾਹੀ ਦੇ ਵਰਗ ਵਿੱਚ ਅਗਰ ਅਸੀਂ ਭਾਰਤੀ ਸਮਾਜ ਦੀ ਗੱਲ ਕਰੀਏ ਤਾਂ ਗੱਲ ਸਾਫ਼ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ ਕਿ ਇਹਦਾ ਸ਼ਿਕਾਰ ਔਰਤਾਂ, ਅਪਾਹਜ ਲੋਕ, ਅਖੌਤੀ ਛੋਟੀਆਂ ਜਾਤਾਂ, ਘੱਟ ਗਿਣਤੀ ਕਬੀਲੇ ਅਤੇ ਵੱਖਰੇ ਕਾਮ ਸੰਬੰਧਾਂ ਵਾਲੇ ਅਤੇ ਘੱਟ ਗਿਣਤੀ ਜੋ ਧਾਰਮਿਕ ਅਕੀਦੇ ਵਾਲੇ ਲੋਕ ਹਨ ਉਹ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਹਨ। ਧੱਕੇਸ਼ਾਹੀ ਜਾਂ ਬੁਲਿੰਗ ਕਰਕੇ ਇਹਨਾਂ ਸ਼ਿਕਾਰ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਤਾਂ ਅਸਰ ਪੈਂਦਾ ਹੀ ਹੈ, ਸਗੋਂ ਉਹਨਾਂ ਦੀ ਪੜ੍ਹਾਈ ਲਿਖਾਈ, ਨੌਕਰੀਆਂ, ਰੁਜ਼ਗਾਰ, ਰਿਸ਼ਤੇ ਨਾਤਿਆਂ, ਤਰੱਕੀਆਂ ਅਤੇ ਸਮਾਜਿਕ ਰੁਤਬਿਆਂ 'ਤੇ ਵੀ ਪੈਰ 'ਤੇ ਰੋਕਾਂ ਲੱਗਦੀਆਂ ਹਨ। ਇਹ ਧੱਕੇਸ਼ਾਹੀ ਬਾਰ-ਬਾਰ ਅਤੇ ਜਿੱਥੇ ਕਿਤੇ ਵੀ ਮੌਕਾ ਮਿਲੇ ਬੋਲ ਕੇ, ਜਿਤਾ ਕੇ, ਤਾਨੇ ਮਿਹਣੇ ਦੇ ਕੇ ਅਤੇ ਫਤਵੇ ਦੇ ਕੇ ਕੀਤੀ ਜਾਂਦੀ ਹੈ। ਮਾਨਸਿਕ ਤੌਰ 'ਤੇ ਹਰ ਪਲ ਸ਼ਖਸੀਅਤਾਂ ਦਾ ਕਤਲ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਸ਼ਿਕਾਰ ਹੋਏ ਲੋਕ ਘੋਰ ਉਦਾਸੀ ਦੇ ਰੋਗਾਂ ਤੋਂ ਬਿਨਾਂ ਹੋਰ ਕਈ ਮਾਨਸਿਕ ਅਲਾਮਤਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਵਾਰ ਮਹਿਸੂਸ ਕਰਦੇ ਹਨ ਕਿ ਇਹੋ ਜਿਹੀ ਜ਼ਿੰਦਗੀ ਖੋਣੋਂ ਕੀ ਥੋੜ੍ਹਿਆ ਅਤੇ ਆਤਮ ਹੱਤਿਆ ਕਰ ਲੈਂਦੇ ਹਨ। ਬੱਚੀ ਦਾ ਪਤਾ ਲੱਗਣ 'ਤੇ ਪੇਟ ਵਿੱਚ ਹੀ ਉਹਦੇ ਨਾਲ ਧੱਕੇਸ਼ਾਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦੀ ਹੋਂਦ ਦਾ ਖਾਤਮਾ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਖਵਾਈਆਂ ਜਾਂਦੀਆਂ ਹਨ ਅਤੇ ਢੰਗ ਤਰੀਕੇ ਵਰਤੇ ਜਾਂਦੇ ਹਨ ਤਾਂ ਕਿ ਉਹਨੂੰ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਵੇ, ਪਰ ਅਸੀਂ ਕਦੇ ਇਹ ਨਹੀਂ ਕੀਤਾ ਕਿ ਮੁੰਡੇ ਨੂੰ ਪੇਟ ਵਿੱਚ ਮਾਰ ਦਿੱਤਾ ਜਾਵੇ। ਇਹ ਧਾਰਨਾ ਸਾਡੀ ਸੋਚ, ਕੰਮ, ਵਰਤਾਵ ਤੋਂ ਪਨਪ ਕੇ ਸਮਾਜ ਵਿੱਚ ਇੱਕ ਆਮ ਵਰਤਾਰਾ ਬਣ ਗਿਆ ਹੁੰਦਾ ਹੈ। ਇਹ ਵਿਤਕਰਾ ਅਤੇ ਧੱਕੇਸ਼ਾਹੀ ਬੱਚੀ ਦੇ ਜਨਮ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ। ਅਗਰ ਇਹ ਗੱਲ ਨਾ ਹੋਵੇ ਤਾਂ ਅਸੀਂ ਭਰੂਣ ਹੱਤਿਆ ਨਾ ਕਰੀਏ। ਜੋ ਬੱਚੀਆਂ ਜਨਮ ਲੈਂਦੀਆਂ ਹਨ ਉਹਨਾਂ ਦੀ ਆਮਦ 'ਤੇ ਕਿਸੇ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ ਜਾਂਦਾ, ਮਠਿਆਈਆਂ ਵੰਡਣੀਆਂ, ਵਧਾਈਆਂ ਦੇਣੀਆਂ ਅਤੇ ਪਾਰਟੀਆਂ ਆਦਿ ਨਹੀਂ ਕੀਤੀਆਂ ਜਾਂਦੀਆਂ, ਸਗੋਂ ਇਹ ਕਿਹਾ ਜਾਂਦਾ ਹੈ ਕਿ ਪੱਥਰ ਜੰਮ ਪਿਆ, ਘਰ ਵਿੱਚ ਮਾੜੀ ਚੀਜ਼ ਆਈ ਆ, ਕਬੀਲਦਾਰੀ ਦਾ ਬੋਝ ਵੱਧ ਗਿਆ ਹੈ ਆਦਿ। ਘਰ ਵਿੱਚ ਹੀ ਉਹਦੇ ਨਾਲ ਮੁੰਡੇ ਦੇ ਮੁਕਾਬਲੇ 'ਚ ਖਾਣ ਪੀਣ ਵੇਲੇ, ਕੰਮਕਾਰ ਵਿੱਚ ਹੱਥ ਵਟਾਉਣ ਵੇਲੇ, ਦਵਾ ਦਾਰੂ, ਪੜ੍ਹਾਈ ਅਤੇ ਬਾਹਰ ਫਿਰਨ ਤੁਰਨ 'ਤੇ ਹਰ ਵੇਲੇ ਵਿਤਕਰੇ ਅਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇਹ ਸਾਰੀ ਬਿਰਤੀ ਬੁਲਿੰਗ ਹੈ। ਇਹੀ ਕਾਰਨ ਹੈ ਕਿ ਔਰਤਾਂ ਵਿੱਚ ਹੀਣ ਭਾਵਨਾ ਆ ਜਾਂਦੀ ਹੈ ਅਤੇ ਉਹਦੀ ਸ਼ਖਸੀਅਤ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਰਹਿ ਜਾਂਦੀਆਂ ਹਨ। ਉਹਦੀ ਹੋਂਦ ਨੂੰ ਪੇਕੇ ਘਰ ਬਾਪ ਜਾਂ ਭਰਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਸਹੁਰੇ ਘਰ ਪਤੀ ਨਾਲ ਜੋੜ ਕੇ। ਉਹਦੀ ਆਪਣੀ ਆਜ਼ਾਦਾਨਾ ਹੋਂਦ ਨੂੰ ਬਰਕਰਾਰ ਨਹੀਂ ਰੱਖਿਆ ਜਾਂਦਾ। ਵਿਆਹ ਤੋਂ ਬਾਅਦ ਕੁੜੀ ਹੋਣ 'ਤੇ ਜਾਂ ਕੋਈ ਬੱਚਾ ਨਾ ਹੋਣ 'ਤੇ ਜਾਂ ਪਤੀ ਦੇ ਮਰ ਜਾਣ 'ਤੇ ਦੋਸ਼ ਸਿਰਫ ਔਰਤ ਨੂੰ ਹੀ ਦਿੱਤਾ ਜਾਂਦਾ ਹੈ। ਅਗਰ ਪਤੀ ਜੁਆਰੀਆ, ਸ਼ਰਾਬੀ, ਡਰੱਗੀ ਜਾਂ ਬਦਮਾਸ਼ ਹੈ ਤਾਂ ਵੀ ਇਹਦਾ ਸਿਲਾ ਔਰਤ ਦੇ ਹੀ ਹਿੱਸੇ ਆਉਂਦਾ ਹੈ। ਜਦ ਔਰਤ ਵਿਧਵਾ ਹੋ ਜਾਵੇ ਤਾਂ ਉਹਨੂੰ ਕਲਮੂਹੀ, ਬਦਸ਼ਗਨ, ਆਦਮਖਾਣੀ ਆਦਿ ਦੇ ਤਾਨੇ ਮਿਹਣੇ ਵੀ ਬੁਲਿੰਗ ਦਾ ਹੀ ਵਰਤਾਰਾ ਹੈ। ਇਹ ਧੱਕੇਸ਼ਾਹੀ ਔਰਤ ਦੇ ਜੰਮਣ ਤੋਂ ਪਹਿਲਾਂ ਹੀ ਪੇਟ ਵਿੱਚ ਅਤੇ ਫਿਰ ਪੇਟ ਤੋਂ ਬਾਹਰ ਜੰਮਣ ਤੋਂ ਲੈ ਕੇ ਮਰਨ ਤੱਕ ਜਾਰੀ ਰਹਿੰਦੀ ਹੈ। ਘਰ ਤੋਂ ਬਾਹਰ ਬਾਕੀ ਪਰਿਵਾਰ ਤੋਂ ਬਾਹਰ ਆਲੇ ਦੁਆਲੇ ਦੇ ਭਾਈਚਾਰੇ ਤੋਂ ਬਾਅਦ ਸਮਾਜ ਅਤੇ ਸਮਾਜ ਦੇ ਨਾਲ ਲੱਗਦੇ ਸਾਰੇ ਮੁਲਕ ਵਿੱਚ ਹੀ ਵਰਤਾਰਾ ਇਹੋ ਜਿਹਾ ਬਣ ਜਾਂਦਾ ਹੈ ਅਤੇ ਸਵੀਕਾਰਿਆ ਜਾਂਦਾ ਹੈ ਕਿ ਔਰਤ ਨਾਲ ਬੁਲਿੰਗ ਜਾਂ ਧੱਕੇਸ਼ਾਹੀ ਕਰਨੀ ਜਾਇਜ਼ ਹੈ। ਇਹ ਧੱਕੇਸ਼ਾਹੀ ਉਹਦੇ ਨਾਲ ਪੜ੍ਹਾਈ ਲਿਖਾਈ ਵੇਲੇ, ਨੌਕਰੀ 'ਚ ਤਰੱਕੀ ਲੈਣ ਵੇਲੇ ਅਤੇ ਸਮਾਜ ਵਿੱਚ ਵਿਚਰਦਿਆਂ ਹਰ ਥਾਂ ਹੁੰਦੀ ਹੈ। ਉਹਦੀ ਆਪਣੀ ਆਜ਼ਾਦਾਨਾ ਹੋਂਦ ਨਾ ਹੋਣ ਕਰਕੇ ਉਹਨੂੰ ਕਾਮ ਖੇਡ ਦਾ ਖਿਡੌਣਾ ਸਮਝਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਔਰਤਾਂ ਨਾਲ ਬਲਾਤਕਾਰ ਕੀਤੇ ਜਾਂਦੇ ਹਨ। ਕਈ ਧਰਮਾਂ ਦੇ ਗ੍ਰੰਥਾਂ ਵਿੱਚ ਔਰਤ ਨਾਲ ਧੱਕੇਸ਼ਾਹੀ, ਬੁਲਿੰਗ ਨੂੰ ਜਾਇਜ਼ ਕਰਾ ਦਿੱਤਾ ਗਿਆ ਹੈ ਅਤੇ ਜ਼ਿਆਦਾਤਰ ਭਾਰਤੀ ਲੋਕ ਧਾਰਮਿਕ ਹੋਣ ਕਰਕੇ ਇਸ ਬੁਲਿੰਗ ਨੂੰ ਰੱਬੀ ਫਰਮਾਨ ਸਮਝ ਕੇ ਜਾਇਜ਼ ਕਰਾਰ ਦਿੰਦੇ ਹਨ। ਇਹੋ ਜਿਹੇ ਮਾਹੌਲ ਵਿੱਚ ਨਿਆਸਰੀ ਔਰਤ ਦੀ ਹੱਕ ਦੀ ਗੱਲ ਕਰਨ ਵਾਲੇ ਘੱਟ ਲੋਕ ਹੁੰਦੇ ਹਨ। ਸਾਡੀ ਮਾਂ ਇੱਕ ਔਰਤ ਹੈ ਅਤੇ ਸਾਡੀ ਮਾਂ ਹੀ ਪਹਿਲਾ ਗੁਰੂ ਹੈ। ਬਚਪਨ ਵਿੱਚ ਜ਼ਿਆਦਾ ਸਮਾਂ ਬੱਚਾ ਆਪਣੀ ਮਾਂ ਨਾਲ ਹੀ ਗੁਜ਼ਾਰਦਾ ਹੈ। ਜਿਸ ਗੁਰੂ ਦੀ ਸ਼ਖਸੀਅਤ ਸੰਤੁਲਨ ਨਹੀਂ ਹੈ
ਸੰਤੁਲਿਤ ਨਹੀਂ ਹੈ, ਉਹ ਆਪਣੇ ਸੇਵਕਾਂ ਨੂੰ ਸੰਤੁਲਿਤ ਸ਼ਖਸੀਅਤ ਬਣਾਉਣ ਵਿੱਚ ਕਿੰਨਾ ਕੁ ਹਿੱਸਾ ਪਾ ਸਕਦੀ ਹੈ। ਮੁੰਡਾ ਆਪਣੇ ਪਿਓ ਦਾ ਵਰਤਾਵ ਦੇਖ ਕੇ ਧੱਕੜ ਕਿਸਮ ਦਾ ਵਰਤਾਵ ਅਪਣਾ ਲੈਂਦਾ ਹੈ ਅਤੇ ਮੁੰਡੇ ਦੀ ਭੈਣ ਮਾਂ ਦੀ ਕਾਪੀ ਕਰਕੇ ਮਾਂ ਵਾਂਗ ਦੱਬੂ, ਸਵੈਹੀਨਤਾ ਅਤੇ ਡਰੂ ਕਿਸਮ ਦੀ ਸ਼ਖਸੀਅਤ ਅਖਤਿਆਰ ਕਰ ਲੈਂਦੀ ਹੈ। ਇਹ ਵਰਤਾਰਾ ਪਰਿਵਾਰਕ ਇਕਾਈ ਤੋਂ ਸ਼ੁਰੂ ਹੋ ਕੇ ਸਮਾਜਿਕ ਪ੍ਰਵਾਨਤਾ ਹਾਸਲ ਕਰ ਲੈਂਦਾ ਹੈ ਅਤੇ ਫਿਰ ਸਾਰੇ ਮੁਲਕ ਵਿੱਚ ਇਸ ਨੂੰ ਇੱਕ ਆਮ ਵਰਤਾਵ ਮੰਨ ਲਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਭਾਰਤੀ ਮਰਦਾਂ ਵਿੱਚ ਹੈਂਕੜ, ਧੱਕੜਸ਼ਾਹੀ ਅਤੇ ਔਰਤਾਂ ਨੂੰ ਘਟੀਆ ਸਮਝਣ ਦੀ ਬਿਰਤੀ ਹੈ। ਬਹੁਤਿਆਂ ਕਿੱਸਿਆਂ ਵਿੱਚ ਭਾਰਤੀ ਮਰਦ ਦਾ ਵਰਤਾਵ ਔਰਤ ਵੱਲ ਧੱਕੇਸ਼ਾਹੀ ਵਾਲਾ ਜਾਂ ਬੁਲਿੰਗ ਵਾਲਾ ਹੈ। ਇਹ ਵਰਤਾਰਾ ਮਰਦ ਪ੍ਰਧਾਨ ਸਮਾਜ ਬਣਾਉਣ ਵਿੱਚ ਖਾਸਾ ਯੋਗਦਾਨ ਪਾਉਂਦਾ ਹੈ। ਔਰਤ ਨੂੰ ਬਰਾਬਰੀ ਨਾ ਮਿਲਣ ਕਰਕੇ ਉਹਦੇ ਨਾਲ ਕਈ ਤਰ੍ਹਾਂ ਦੀ ਬਦਸਲੂਕੀ ਤਾਂ ਹੁੰਦੀ ਹੈ ਅਤੇ ਬਲਾਤਕਾਰ ਕਰਨ ਨਾਲ ਮਰਦਾਂ ਵੱਲੋਂ ਵੀ ਧੌਂਸ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇਹ ਸਾਰਾ ਵਰਤਾਰਾ ਸਮਾਜ ਦੇ ਦੋ ਅਹਿਮ ਅੰਗਾਂ ਵਿੱਚ ਬਹੁਤ ਵੱਡੀ ਖਾਈ ਪਾਉਂਦਾ ਹੈ। ਇਹਦੇ ਨਾਲ ਬਹੁਤ ਸਾਰੀ ਸ਼ਕਤੀ ਖਿੱਚੋਤਾਣ ਵਿੱਚ ਬਰਬਾਦ ਹੁੰਦੀ ਹੈ। ਸਮਾਜ ਵਿੱਚ ਅਸ਼ਾਂਤੀ ਅਤੇ ਰੋਹ ਪੈਦਾ ਹੁੰਦਾ ਹੈ ਅਤੇ ਸਮਾਜ ਦੀ ਹਰ ਪਾਸਿਓਂ ਤਰੱਕੀ 'ਤੇ ਬੱਟਾ ਲੱਗਦਾ ਹੈ। ਇਹ ਬੁਲਿੰਗ, ਧੱਕੇਸ਼ਾਹੀ ਵਾਲਾ ਵਰਤਾਵ ਅਸੀਂ ਅਪਾਹਜ ਲੋਕਾਂ ਨਾਲ ਵੀ ਕਰਦੇ ਹਾਂ। ਮਾੜੇ ਚੰਗੇ ਕਰਮਾਂ ਦੇ ਫਲ ਦੀ ਧਾਰਨਾ ਇਸ ਸੋਚ ਨਾਲ ਜੋੜ ਕੇ ਅਸੀਂ ਧੱਕੜ ਵਰਤਾਵ ਨੂੰ ਜਾਇਜ਼ ਠਹਿਰਾਉਂਦੇ ਹਾਂ ਕਿ ਅਪਾਹਜ ਲੋਕਾਂ ਨਾਲ ਇਹੋ ਜਿਹਾ ਵਰਤਾਵ ਠੀਕ ਹੈ। ਇਹ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਕਿ ਆਪਣੇ ਪਰਿਵਾਰ ਵਿੱਚ ਕੋਈ ਵੀ ਅਪਾਹਜ ਬਣ ਸਕਦਾ ਹੈ। ਅੱਖਾਂ ਨੂੰ ਐਨਕਾਂ ਲਾਉਣਾ ਵੀ ਅਪਾਹਜਤਾ ਹੈ ਅਤੇ ਕੰਨਾਂ ਤੋਂ ਨਾ ਸੁਣਨਾ ਵੀ। ਗੋਡੇ ਦੁਖਣੇ ਜਾਂ ਪਿੱਠ ਦੁਖਣੀ ਵੀ ਅਪਾਹਜਤਾ ਹੈ। ਅਪਾਹਜਤਾ ਸਿਰਫ ਇਹ ਹੀ ਨਹੀਂ ਕਿ ਕਿਸੇ ਦੇ ਅੰਗ ਕੱਟੇ ਜਾਣ ਜਾਂ ਕੰਮ ਕਰਨੋਂ ਹਟ ਜਾਣ ਜਾਂ ਕੋਈ ਮਾਨਸਿਕ ਅਲਾਮਤ ਲੱਗ ਜਾਵੇ। ਉਮਰ ਵਧਣ ਨਾਲ ਸਾਡੇ ਕਈ ਅੰਗ ਘੱਟ ਕੰਮ ਕਰਨ ਲੱਗ ਜਾਂਦੇ ਹਨ ਅਤੇ ਅਸੀਂ ਅਪਾਹਜਤਾ ਵੱਲ ਕਦਮ ਵਧਾ ਰਹੇ ਹੁੰਦੇ ਹਾਂ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅਪਾਹਜ ਲੋਕਾਂ ਨਾਲ ਧੱਕੇਸ਼ਾਹੀ ਕਰੀਏ, ਉਹਨਾਂ ਨੂੰ ਮਾੜੇ ਸ਼ਬਦ ਬੋਲ ਕੇ ਉਹਨਾਂ ਦੀ ਬੇਇੱਜ਼ਤੀ ਕਰੀਏ ਅਤੇ ਅਪਾਹਜਤਾ ਦਾ ਮਿਹਣਾ ਦਈਏ, ਉਹਨਾਂ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਦਾ ਜਿਉਣਾ ਮੁਹਾਲ ਕਰ ਦਈਏ। ਇਹ ਵਰਤਾਵ ਅਸਭਿਅਕ ਤਾਂ ਹੈ ਹੀ, ਸਗੋਂ ਬੁਲਿੰਗ ਅਤੇ ਧੱਕੇਸ਼ਾਹੀ ਵਾਲਾ ਵੀ ਹੈ। ਇਸ ਵਰਤਾਵ ਨਾਲ ਉਹਨਾਂ ਦਾ ਸਵੈਮਾਨ ਘਟਦਾ ਹੈ ਅਤੇ ਉਹਨਾਂ ਵਿੱਚ ਮਾਯੂਸੀ ਵੱਧਦੀ ਹੈ। ਉਹ ਆਪਣੇ ਆਪ ਨੂੰ ਕੋਸਦੇ ਅਤੇ ਨਕਾਰਾ ਸਮਝਣ ਲੱਗ ਪੈਂਦੇ ਹਨ। ਇਹ ਵਰਤਾਵ ਵੀ ਸਮਾਜ ਵਿੱਚ ਰੋਹ ਪੈਦਾ ਕਰਦਾ ਹੈ। ਸਮਾਜ ਵਿੱਚ ਅਸਮਾਨਤਾ ਵੱਧਦੀ ਹੈ ਅਤੇ ਸਮਾਜ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਅਟਕਦਾ ਹੈ। ਸਭ ਤੋਂ ਵੱਡੀ ਧੱਕੇਸ਼ਾਹੀ ਦਾ ਕੋਡ ਜਾਤ ਪਾਤ ਦਾ ਹੈ। ਇਹ ਬੁਲਿੰਗ, ਧੱਕੇਸ਼ਾਹੀ ਅਸੀਂ ਅੱਜ ਵੀ ਬੱਚਿਆਂ ਨੂੰ ਘਰ ਵਿੱਚ ਸਿਖਾਉਂਦੇ ਹਾਂ ਅਤੇ ਇਸੇ ਕਰਕੇ ਇਹ ਸਮਾਜ ਦਾ ਸ਼ਰਮਨਾਕ ਅਨਿੱਖੜਵਾਂ ਅੰਗ ਬਣ ਗਿਆ ਹੈ। ਸਰਕਾਰੀ ਕਾਨੂੰਨ ਸਮਾਜਿਕ ਵਰਤਾਅ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਸੋਚ ਨੂੰ ਨਹੀਂ ਬਦਲ ਸਕਦੇ। ਭਾਰਤੀ ਸਮਾਜ ਇਸੇ ਕਰਕੇ ਇਕਸਾਰ ਨਹੀਂ ਹੈ ਅਤੇ ਇਸ ਵਿੱਚ ਧੱਕੇਸ਼ਾਹੀ ਦਾ ਬੋਲਬਾਲਾ ਹੈ। ਨਾ ਬਰਾਬਰਤਾ ਦਾ ਪੈਰ ਪੈਰ 'ਤੇ ਬੋਲਬਾਲਾ ਹੈ। ਸਮਾਜ ਦਾ ਖੀਰੂ ਹੋਣਾ ਵੀ ਇਸੇ ਕਰਕੇ ਹੈ ਕਿ ਇੱਥੇ ਬੁਲਿੰਗ ਅਤੇ ਧੱਕੇਸ਼ਾਹੀ ਦੇ ਕਈ ਕਾਰਨ ਹਨ। ਇਸ ਭਾਰਤੀ ਸਮਾਜ ਵਿੱਚ ਜਾਤ ਪਾਤ ਦੇ ਨਾਂ 'ਤੇ ਧੱਕੇਸ਼ਾਹੀ ਸਦੀਆਂ ਤੋਂ ਚੱਲਦੀ ਆ ਰਹੀ ਹੈ ਅਤੇ ਇਹਦਾ ਸਫਾਇਆ ਕਦੇ ਵੀ ਬਿਮਾਰੀ ਦੀ ਜੜ੍ਹ ਨੂੰ ਸਮਝ ਕੇ ਨਹੀਂ ਕੀਤਾ ਗਿਆ। ਇਸ ਕੋਡ ਨਾਲ ਹੀਣ ਭਾਵਨਾ ਅਤੇ ਦੱਬੂ ਕਿਸਮ ਦੀਆਂ ਸ਼ਖਸੀਅਤਾਂ ਪੈਦਾ ਹੋ ਸਕਦੀਆਂ ਹਨ। ਉਹਨਾਂ ਸ਼ਖਸੀਅਤਾਂ ਨਾਲ ਹਰ ਪਲ ਖਿਲਵਾੜ ਕੀਤਾ ਜਾਂਦਾ ਹੈ। ਉਹਨਾਂ ਦਾ ਮਾਨਸਿਕ ਕਤਲ ਕਰਕੇ ਉਹਨਾਂ ਵਿੱਚ ਅਸੀਂ ਹੋਰ ਜ਼ਿਆਦਾ ਗੁੱਸਾ ਅਤੇ ਬਦਲੇ ਦੀ ਭਾਵਨਾ ਪੈਦਾ ਕਰਦੇ ਹਾਂ। ਸਮਾਜ ਵਿੱਚ ਅਸਮਾਨਤਾ ਅਤੇ ਨਾ ਬਰਾਬਰਤਾ ਦੀ ਖਾਈ ਚੌੜੀ ਕਰਦੇ ਹਾਂ। ਸਮਾਜ ਅਤੇ ਮੁਲਕ ਦੀ ਤਰੱਕੀ ਵਿੱਚ ਬਹੁਤ ਵੱਡਾ ਵਿਘਨ ਪੈਦਾ ਹੁੰਦਾ ਹੈ। ਬਿਮਾਰੀ ਦੀ ਜੜ੍ਹ ਦਾ ਫਸਦਾ ਤਾਂ ਹੀ ਵੱਢਿਆ ਜਾ ਸਕਦਾ ਹੈ ਅਗਰ ਉਸ ਸੋਚ ਨੂੰ ਬਦਲਿਆ ਜਾਵੇ ਜਿਹੜੀ ਸੋਚ ਉਹਨਾਂ ਨੂੰ ਕਿਤਾਬਾਂ ਅਤੇ ਗ੍ਰੰਥਾਂ ਤੋਂ ਮਿਲਦੀ ਹੈ। ਕੀ ਉਹਨਾਂ ਗ੍ਰੰਥਾਂ ਕਿਤਾਬਾਂ ਦੀ ਅੱਜ ਦੇ ਸੰਦਰਭ ਵਿੱਚ ਲੋੜ ਹੈ? ਜੇਕਰ ਸਮਾਜ ਅਤੇ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਇਸ ਸੋਚ ਦੇ ਪ੍ਰੇਰਨਾ ਸਰੋਤ ਨੂੰ ਨਵੀਂ ਨਜ਼ਰ ਨਾਲ ਪੜਚੋਲਣਾ ਪਵੇਗਾ। ਜੇ ਅਸੀਂ ਇਹ ਕਦਮ ਨਹੀਂ ਚੁੱਕਦੇ ਹਾਂ ਤਾਂ ਅਸੀਂ ਸੱਭਿਅਕ ਸਮਾਜ ਵੱਲ ਪਲਾਂਘਾ ਨਹੀਂ ਪੁੱਟ ਸਕਦੇ। ਭਾਰਤੀ ਸਮਾਜ ਵਿੱਚ ਇਨਸਾਨਾਂ ਨੂੰ ਜਿਸ ਢੰਗ ਨਾਲ ਜਾਤਾਂ ਪਾਤਾਂ ਨਾਲ ਵੰਡਿਆ ਜਾਂਦਾ ਹੈ ਅਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ, ਇਹੋ ਜਿਹਾ ਵਰਤਾਰਾ ਕਿਸੇ ਦੇਸ਼ ਦੇ ਹੋਰ ਸਮਾਜ ਵਿੱਚ ਦੇਖਣ ਨੂੰ ਨਹੀਂ ਮਿਲਦਾ। ਇਹ ਬੁਲਿੰਗ ਸਿਰਫ ਭਾਰਤੀ ਸਮਾਜ ਵਿੱਚ ਹੀ ਸਮਾਜਿਕ ਪ੍ਰਵਾਨਤਾ ਦੇ ਆਸਰੇ ਕੀਤੀ ਜਾਂਦੀ ਹੈ। ਸਮਾਜ ਵਿੱਚ ਇਸੇ ਕਰਕੇ ਵੰਡੀਆਂ ਹਨ ਅਤੇ ਇਕਸਾਰ ਕਿਸਮ ਦਾ ਸਮਾਜ ਹੋਂਦ ਵਿੱਚ ਨਹੀਂ ਆ ਸਕਿਆ। ਅਕਲ ਕਿਸੇ ਕੌਮ ਜਾਂ ਨਸਲ ਦੀ ਕਾਬਜ਼ ਨਹੀਂ ਹੁੰਦੀ। ਜੇਕਰ ਇਨਸਾਨਾਂ ਨੂੰ ਬਰਾਬਰਤਾ ਦਿੱਤੀ ਜਾਵੇ ਤਾਂ ਸਿਆਣੇ ਲੋਕ ਸੱਭਿਅਕ ਸਮਾਜ ਪੈਦਾ ਕਰ ਸਕਦੇ ਹਨ। ਇਹ ਧੱਕੜ ਵਰਤਾਵ ਸਾਡੀ ਤਰੱਕੀ ਦਾ ਬਹੁਤ ਵੱਡਾ ਨੁਕਸਾਨ ਕਰਦਾ ਹੈ। ਧੱਕੇਸ਼ਾਹੀ ਗਰੀਬੀ ਪੈਦਾ ਕਰਦੀ ਹੈ। ਗਰੀਬੀ ਸਮਾਜਿਕ ਬੁਰਾਈਆਂ ਦੀ ਜੜ੍ਹ ਹੈ। ਅਗਰ ਅਸੀਂ ਖੁਸ਼ਹਾਲ ਸਮਾਜ ਦੇਖਣਾ ਚਾਹੁੰਦੇ ਹਾਂ ਤਾਂ ਬੁਲਿੰਗ, ਧੱਕੇਸ਼ਾਹੀ ਨੂੰ ਬੰਦ ਕਰਨਾ ਪਵੇਗਾ। ਇਹ ਤਾਂ ਸੀ ਮੇਰਾ ਲੇਖ ਧੱਕੇਸ਼ਾਹੀ ਬਾਰੇ, ਬੁਲਿੰਗ ਬਾਰੇ। ਅਤੇ ਹੁਣ ਮੈਂ ਜਿਹੜਾ ਹੈਗਾ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ
ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ ਤੁਹਾਡਾ ਵੈਲਕਮ। ਤੁਹਾਨੂੰ ਯਾਦ ਹੋਣਾ ਜਦੋਂ ਇਹ ਲੇਖ ਦੇਸ਼ ਪ੍ਰਦੇਸ਼ ਵਿੱਚ ਛਪਿਆ ਸੀ ਤੇ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਸੀ। ਹਾਂ, ਕੀ ਕਹਿਣਾ ਚਾਹੋਗੇ? ਉਹ ਜਿਹੜਾ ਇਹ ਵਿਸ਼ਾ ਨਾ ਅੱਜ ਦਾ ਜੇ ਤੇ ਆਪਾਂ ਸੰਵਾਦ ਕਰ ਰਹੇ ਹਾਂ, ਹਾਂਜੀ, ਇਹ ਧੱਕੇਸ਼ਾਹੀ ਜਿਹੜੀ ਹੈ, ਜਦ ਤੱਕ ਇਹਦਾ ਕਾਰਨ ਨਹੀਂ ਲੱਭਿਆ ਜਾਂਦਾ ਬਿਲਕੁਲ ਉਦ ਤੱਕ ਇਹਦਾ ਨਿਵਾਰਨ ਨਹੀਂ ਹੋ ਸਕਦਾ। ਪਰ ਦੇਖੋ ਵੀ ਜਿਹੜਾ ਦੁਨੀਆ ਦੇ ਵਿੱਚ ਜਿਹੜੀ ਇਹਦਾ ਕਾਰਨ ਪੂੰਜੀਵਾਦ ਆ, ਭਾਰਤ ਦੇ ਵਿੱਚ ਪੂੰਜੀਵਾਦ ਤੇ ਮਨੂਵਾਦ ਆ। ਬਿਲਕੁਲ ਬਿਲਕੁਲ। ਕਿਉਂਕਿ ਭਾਰਤ ਦੇ ਵਿੱਚ ਕਿਰਤੀਆਂ ਨੂੰ ਇਸ ਤਰ੍ਹਾਂ ਵੰਡਿਆ ਆ ਤੇ ਨੀਚ ਬਣਾਇਆ ਆ, ਕਿਉਂਕਿ ਉਹ ਜਿਹੜਾ ਉਹਦਾ ਮੁੱਖ ਕਾਰਨ ਉੱਥੇ ਦਾ ਧਰਮ ਆ। ਕਿਉਂਕਿ ਜਿਸ ਤਰ੍ਹਾਂ ਰਿਗਵੇਦ ਆ, ਮਨੂ ਸਿਮਰਤੀ ਆ, ਉਹ ਤਾਂ ਸੰਸਕ੍ਰਿਤ ਚ ਲਿਖੇ ਹੋਏ ਆ। ਹਾਂਜੀ ਹਾਂਜੀ। ਪਰ ਜਿਹੜੀ ਤੁਲਸੀਦਾਸ ਨੇ ਰਾਮਾਇਣ ਲਿਖੀ ਆ, ਉਹ ਮਤਲਬ ਦੇਖੋ ਹਿੰਦੀ ਦੇ ਵਿੱਚ ਹੈ। ਹਾਂਜੀ ਹਾਂਜੀ ਹਾਂਜੀ। ਉਹਦੇ ਵਿੱਚ ਉਹਨੂੰ ਸੰਸਕ੍ਰਿਤ ਜੋ ਲਿਖਿਆ ਉਹਦਾ ਹਿੰਦੀ ਚ ਅਨੁਵਾਦ ਕੀਤਾ। ਬਈ ਇਹ ਜਿਹੜੇ ਲੋਕ ਨੀਚ ਬਣਾਏ ਆ, ਉਹਦੇ ਵਿੱਚ ਔਰਤ ਵੀ ਆ। ਬਿਲਕੁਲ ਬਿਲਕੁਲ ਬਿਲਕੁਲ। ਬਈ ਰਾਜੇ ਨੂੰ ਕਿਹਾ ਬਈ ਇਹਨਾਂ ਨੂੰ ਜ਼ਰੂਰ ਦਬਾ ਕੇ ਰੱਖਣਾ, ਇਹ ਬਿਲਕੁਲ ਜਾਣੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਚਾਹੀਦਾ। ਹੁਣ ਦੇਖੋ ਵੀ ਇੰਨੇ ਸਾਲਾਂ ਤੋਂ ਚੱਲ ਰਿਹਾ, ਕਿਸੇ ਨੇ ਕਿੰਤੂ ਪਰੰਤੂ ਕਿਉਂ ਨਹੀਂ ਕੀਤਾ? ਬਿਲਕੁਲ ਬਿਲਕੁਲ ਬਿਲਕੁਲ। ਪਰ ਉਹ ਦੇਖੋ ਇੱਥੇ ਜ਼ਰੂਰ ਦੱਸਣਾ ਚਾਹੀਦਾ ਵੀ ਜੇ ਜਦ ਅੰਗਰੇਜ਼ਾਂ ਨੇ ਉੱਥੇ ਸ਼ਾਸਨ ਕਾਇਮ ਕਰ ਲਿਆ ਤਾਂ ਉੱਥੇ ਫਿਰ ਕਲਚਰਲ ਰਿਵੋਲਟ ਸ਼ੁਰੂ ਹੋਈ। ਬਿਲਕੁਲ, ਯੈਸ ਯੈਸ ਯੈਸ। ਉਹ ਜਿਹੜੀ ਕਲਚਰਲ ਰਿਵੋਲਟ ਇਸ ਕਰਕੇ ਸ਼ੁਰੂ ਹੋਈ ਵੀ ਜਿਹੜੇ ਲੋਕ ਪੜ੍ਹੇ ਔਰ ਬਾਅਦ ਦੇ ਵਿੱਚ ਵਿਦੇਸ਼ਾਂ ਤੋਂ ਵੀ ਲੋਕ ਉੱਥੇ ਗਏ, ਉਹਨੇ ਕਿਹਾ ਵੀ ਇੱਥੇ ਜਿਹੜੀ ਜਾਤ ਪਾਤ ਛੂਤ ਕਿਉਂ ਆ, ਔਰਤਾਂ ਨੂੰ ਕਿਉਂ ਜਲਾਇਆ ਜਾਂਦਾ ਸਤੀ, ਪੜ੍ਹਨ ਕਿਉਂ ਨਹੀਂ ਦਿੱਤਾ ਜਾਂਦਾ ਲੋਕਾਂ ਨੂੰ। ਉਹਨੇ ਫਿਰ ਉੱਥੇ ਜਾ ਕੇ ਜਾਣੀ ਬਹੁਤ ਕੁਝ ਲਿਖਿਆ ਵੀ। ਪਰ ਭਾਰਤ ਦੇ ਵਿੱਚ ਜਿਹੜੀ ਕੋਸ਼ਿਸ਼ ਹੋਈ ਹੈ ਇਹਦੇ ਵਿਰੁੱਧ, ਉਹ ਜ਼ਰੂਰ ਦੱਸਣਾ ਚਾਹੀਦਾ ਵੀ ਜਿਹੜਾ ਜੋਤੀ ਰਾਓ ਫੂਲੇ ਸੀ, ਹਾਂਜੀ ਹਾਂਜੀ ਹਾਂਜੀ, ਉਹ ਮਾਪਿਆਂ ਨੇ ਉਹਨੂੰ ਪੜ੍ਹਨ ਲਾਤਾ ਸੀ। ਉਹ ਜਿਸ ਵੇਲੇ ਪੜ੍ਹਨ ਲਾਤਾ ਤਾਂ ਉੱਥੇ ਜਾਣੀ ਲੋਕ ਆਏ ਸਕੂਲ ਦੇ ਵਿੱਚ, ਉਹਨਾਂ ਨੂੰ ਟੀਚਰਾਂ ਨੂੰ ਕਿਹਾ ਵੀ ਇਹਨਾਂ ਨੂੰ ਕਿਉਂ ਇੱਥੇ ਲਾਇਆ ਪੜ੍ਹਨ, ਵੀ ਇਹ ਤਾਂ ਸ਼ੂਦਰ ਆ। ਉਹਨੇ ਬਹੁਤ ਕਿਹਾ ਵੀ ਦੇਖੋ ਇਹ ਪੜ੍ਹਨਾ ਤਾਂ ਸਾਰਿਆਂ ਨੂੰ ਚਾਹੀਦਾ। ਉਹਨੇ ਕਿਹਾ ਵੀ ਇਹਨਾਂ ਦੇ ਨਾਂ ਕੱਟੋ, ਵੀ ਨਹੀਂ ਤਾਂ ਅਸੀਂ ਅੰਦੋਲਨ ਕਰਾਂਗੇ। ਉਹ ਤੁਸੀਂ ਦੇਖੋ ਵੀ ਉਹਦਾ ਨਾਂ ਕਟਾਤਾ। ਜਿਸ ਵੇਲੇ ਉਹ ਨਾਂ ਉਹਦਾ ਕਟਾਤਾ ਤਾਂ ਉਹ ਆਪਣੇ ਬਾਪ ਕੋਲ ਦੁਕਾਨ ਤੇ ਕੰਮ ਲੱਗ ਪਿਆ ਕਰਾਉਣ। ਔਰ ਉਹਨੇ ਮਤਲਬ ਇੱਥੇ ਤੱਕ ਵੀ ਉਹਨਾਂ ਸੋਚ ਲਿਆ ਸੀ ਵੀ ਜ਼ਿੰਦਗੀ ਚੋਂ ਮਰਨਾ ਹੀ ਬਿਹਤਰ ਹੈ। ਬਿਲਕੁਲ ਬਿਲਕੁਲ। ਹੁਣ ਖੁਦਕੁਸ਼ੀ ਬਾਰੇ ਵੀ ਸੋਚਿਆ ਸੀ, ਪਰ ਉਹ ਫਿਰ ਦੇਖੋ ਉਹਦੇ ਮਨ ਦੇ ਵਿੱਚ ਜਾਣੀ ਜਾਗਿਆ ਵੀ ਨਹੀਂ, ਖੁਦਕੁਸ਼ੀ ਪਾਪ ਆ। ਪਰ ਵੱਡੀ ਗੱਲ ਹੈ ਵੀ ਸਵਾਬ ਇਸ ਕਰਕੇ ਬਣਿਆ ਵੀ ਉਹਨਾਂ ਦੀ ਦੁਕਾਨ ਤੋਂ ਲੋਕ ਫੁੱਲ ਲੈਣ ਆਇਆ ਕਰਦੇ। ਹਾਂਜੀ 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 ਹਾਂਜੀ। ਇੱਕ ਪਾਦਰੀ ਫੁੱਲ ਲੈਣ ਆਇਆ ਤਾਂ ਉਹਦੇ ਬਾਪ ਨੂੰ ਪੁੱਛਿਆ ਵੀ ਲੜਕਾ ਜੋਤੀ ਉਹਨੂੰ ਕਹਿੰਦੇ ਸੀ, ਵੀ ਜੋਤੀ ਸਕੂਲੇ ਨਹੀਂ ਜਾਂਦਾ। ਉਹ ਕਹਿੰਦਾ ਵੀ ਜਾਂਦਾ ਸੀ, ਵੀ ਇਹਦਾ ਤਾਂ ਨਾਂ ਕੱਟ ਦਿੱਤਾ। ਉਹ ਕਹਿੰਦਾ ਵੀ ਕਿਉਂ? ਉਹਨੂੰ ਫਿਰ ਵਜ੍ਹਾ ਦੱਸੀ। ਉਹਨੂੰ ਕਿਹਾ ਵੀ ਅਸੀਂ ਸਕੂਲ ਖੋਲਿਆ, ਸਾਡੇ ਸਕੂਲ ਲਾ ਦੇ ਤੂੰ। ਬਿਲਕੁਲ ਬਿਲਕੁਲ। ਔਰ ਫੇਰ ਜਾਨੀ ਕੁਝ ਦਿਨ ਹੋਏ ਤਾਂ ਇੱਕ ਮੁਸਲਮਾਨ ਮੁਨਸ਼ੀ ਆਇਆ, ਉਹਨੂੰ ਉੱਥੋਂ ਮਤਲਬ ਫਲ ਖਰੀਦੇ। ਉਹਨੂੰ ਵੀ ਜਦ ਪਤਾ ਲੱਗਾ, ਉਹ ਕਹਿੰਦਾ ਵੀ ਤੂੰ ਉਰਦੂ ਫਾਰਸੀ ਸਾਡੇ ਪੜ੍ਹ। ਦੇਖੋ ਵੀ ਜਾਨੀ ਮਰਾਠੀ, ਉਰਦੂ, ਫਾਰਸੀ, ਇੰਗਲਿਸ਼, ਬਿਲਕੁਲ ਉਹਨਾਂ ਸਕੂਲਾਂ ਤੋਂ ਉਹਨੂੰ ਪੜ੍ਹੀ। ਔਰ ਦੇਸ਼ ਜਿਸ ਦੇ ਵਿੱਚ ਸਕੂਲੇ ਜੰਮਿਆ ਸੀ, ਉਹਨੇ ਕਿਹਾ ਸੀ ਵੀ ਨਹੀਂ ਤੈਨੂੰ ਪੜ੍ਹ ਨਹੀਂ ਦੇਣਾ। ਹਾਂਜੀ ਹਾਂਜੀ। ਦੇਖੋ ਵੀ ਉਹਨੇ ਫਿਰ ਕਿਹਾ ਵੀ ਇਹ ਜਿਹੜਾ ਗਿਆਨ ਹੈ ਇਹ ਵੰਡਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਉਹਨੇ ਆਪਣੀ ਪਤਨੀ ਦੇ ਨਾਲ ਰਲ ਕੇ ਪਹਿਲਾ ਸਕੂਲ 1 ਜਨਵਰੀ 1848 ਨੂੰ ਖੋਲਿਆ। ਹਾਂਜੀ ਹਾਂਜੀ ਹਾਂਜੀ। ਔਰ ਉਹਦੇ ਨਾਲ ਇੰਨੀ ਵਿਦਿਆ ਆਈ, ਤੁਸੀਂ ਦੇਖੋ ਵੀ ਜਿਹਨਾਂ ਲੋਕਾਂ ਨੂੰ ਰੋਕਿਆ ਗਿਆ ਸੀ ਉਹਨਾਂ ਲਈ ਉਹਨੇ ਇੰਨੇ ਸਕੂਲ ਖੋਲੇ ਔਰ ਲੋਕ ਦਾਨ ਕਰਨ ਲੱਗ ਪਏ। ਔਰ ਇੰਨੇ ਦਾਨ ਜਾਨੀ ਲੋਕਾਂ ਨੇ ਕੀਤਾ ਵੀ ਤੜਾਤੜ ਜਾਨੀ ਵਿਦਿਆ ਹਾਸਲ ਹੋਣ ਲੱਗ ਪਈ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ। ਬਿਲਕੁਲ ਜੀ ਬਿਲਕੁਲ। ਤੇ ਉਹਨਾਂ ਨੂੰ ਇੰਨੀਆਂ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪਿਆ ਵੀ ਉਹ ਸਕੂਲੇ ਜਾਂਦੇ ਸੀ, ਉਹਨਾਂ ਨੂੰ ਉਹ ਟਾੜ ਤੇ ਵੀ ਨਹੀਂ ਸੀ ਬਹਿਣ ਦਿੰਦੇ। ਬਿਲਕੁਲ, ਪਾਣੀ ਨਹੀਂ ਸੀ ਦਿੰਦੇ ਪੀਣ ਨੂੰ। ਬਿਲਕੁਲ ਬਿਲਕੁਲ। ਕਿਉਂਕਿ ਕਦੇ ਕਹਿਣਾ ਤੇਰਾ ਜਿਹੜਾ ਡੱਬਾ ਰੋਟੀ ਵਾਲਾ ਸਾਡੇ ਲੱਗ ਗਿਆ, ਕਦੇ ਕਹਿਣਾ ਪਿੱਛੇ ਤੂੰ ਬੈਠ। ਇੱਥੇ ਤੱਕ ਜਿਹੜੇ ਟੀਚਰ ਆ ਉਹਨਾਂ ਦੀ ਵੀ ਸੋਚ ਇਹ ਸੀ। ਬਿਲਕੁਲ। ਉਹ ਟੀਚਰ ਨੇ ਇੱਕ ਵਾਰੀ ਕਿਹਾ ਵੀ ਤੂੰ ਪੜ੍ਹ ਕੇ ਕੀ ਕਰੂੰਗਾ, ਵੀ ਤੁਹਾਡਾ ਕੰਮ ਤਾਂ ਸਫਾਈ ਕਰਨੀ ਹੈ। ਬਿਲਕੁਲ। ਉਹਨੇ ਕਿਹਾ ਵੀ ਦੇਖ ਪਹਿਲਾਂ ਮੈਨੂੰ ਪੜ੍ਹ ਲੈਣ ਦੇ। ਤੁਸੀਂ ਦੇਖੋ ਵੀ ਉਹਨਾਂ ਦਾ ਕਿੰਨਾ ਇਰਾਦਾ ਸੀ। ਉਹਨੇ ਭਾਰਤ ਦੇ ਵਿੱਚ ਵੀ ਪੜ੍ਹਿਆ, ਇੱਥੇ ਵੀ ਆਏ, ਅਮਰੀਕਾ ਦੇ ਵਿੱਚ ਵੀ ਗਏ, ਉਹਨੇ ਪੜ੍ਹਾਈ ਹਾਸਲ ਕੀਤੀ। ਪਰ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਧੱਕਾ ਹਟਦਾ ਕਿਉਂ ਨਹੀਂ? ਹਾਂ, ਮੈਂ ਉੱਥੇ ਤੁਹਾਨੂੰ ਤੋਂ ਸਵਾਲ ਇਹ ਪੁੱਛਣ ਲੱਗਾ ਸੀਗਾ ਵੀ ਇਹ ਇੱਥੇ ਵੀ ਹੁਣ ਦੇਖੋ 2021 ਆ ਗਿਆ ਹੈਗਾ, ਅਜੇ ਤੱਕ ਵੀ ਅਸੀਂ
ਜਾਤ ਪਾਤ ਦੇ ਨਾਂ 'ਤੇ ਔਰਤਾਂ ਨਾਲ ਫਿਰ ਯਾਨੀ ਕਿ ਜਿਹੜਾ ਹੈਗੇ ਆ ਅਪਾਹਜ ਲੋਕੀ ਹੈਗੇ ਆ, ਯਾਨੀ ਕਿ ਜੇ 3-4 ਇਹ ਜਿਹੜੇ ਮੈਂ ਯਾਨੀ ਕਿ ਜਿਹੜੇ ਕੀਤੇ ਸਟੈਂਡਸ ਤਾਂ ਹੋਰ ਵੀ ਬਹੁਤ ਹੈਗੇ ਆ ਵੀ ਇਹਨਾਂ ਨੂੰ ਧੱਕਾ ਕਰਨ ਅਜੇ ਤੱਕ ਅਸੀਂ ਬੰਦੇ ਕਿਉਂ ਨਹੀਂ ਬਣੇ ਹੈਗੇ? ਨਹੀਂ ਦੇਖੋ, ਜਿਹੜਾ ਜਿਹਨੀ ਧੱਕਾ ਕਰਨਾ ਉਹਨਾਂ ਨੂੰ ਰੋਕਿਆ ਕਿੱਦਾਂ ਜਾਵੇ? ਜਿਹੜੇ ਧੱਕਾ ਜਾਰੀ ਰੱਖਣਾ ਚਾਹੁੰਦੇ ਔਰ ਸਮਾਜ ਨੂੰ ਇਹ ਕਹਿੰਦੇ ਆ ਵੀ ਜਿਹੜਾ ਧੱਕਾ ਤੁਹਾਡੇ ਨਾਲ ਹੋ ਰਿਹਾ ਇਹ ਪਿਛਲੇ ਤੁਹਾਡੇ ਜਨਮਾਂ ਦਾ ਫਲ ਆ। ਜਿੱਦਾਂ ਗਾਂਧੀ ਇਹੀ ਕਹਿੰਦਾ ਸੀ। ਹਾਂਜੀ ਹਾਂਜੀ ਹਾਂਜੀ। ਉਹ ਗਾਂਧੀ ਇਹ ਕਹਿੰਦਾ ਸੀ ਵੀ ਤੁਸੀਂ ਕੁਛ ਨਾ ਕਰੋ, ਅਗਲੇ ਜਨਮ ਤੁਹਾਨੂੰ ਸਭ ਮਿਲ ਜਾਣਾ। ਵੀ ਜਿਹੜੇ ਤੁਹਾਡੇ ਦੁੱਖ ਦਰਦ ਆ ਉਹ ਤੁਹਾਡੇ ਪਿਛਲੇ ਜਨਮਾਂ ਦਾ ਫਲ। ਪਰ ਜਿਹੜਾ ਇਹ ਚੌਹਾਨ ਸਾਹਿਬ ਜਿੱਦਾਂ ਔਰਤਾਂ ਨਾਲ ਕਰਦੇ, ਔਰਤ ਤੋਂ ਬਿਨਾਂ ਤਾਂ ਤੁਸੀਂ ਨਹੀਂ ਸੀ ਪੈਦਾ ਹੋ ਸਕਦੇ, ਮੈਂ ਨਹੀਂ ਸੀ ਪੈਦਾ ਹੋ ਸਕਦੇ, ਆਪਣੇ ਯਾਨੀ ਕਿ ਦਰਸ਼ਕ ਹੋਰ ਨਹੀਂ ਸੀ ਪੈਦਾ ਹੋ ਸਕਦੇ, ਵੀ ਉਹਦੇ ਨਾਲ ਵੀ ਧੱਕਾ ਕਰਦੇ ਅਸੀਂ। ਨਹੀਂ, ਇਹ ਤਾਂ ਬਹੁਤ ਕਰਦੇ। ਤੁਸੀਂ ਦੇਖੋ ਵੀ ਔਰਤ ਦੇ ਬਾਰੇ ਤਾਂ ਮੈਂ ਤਾਂ ਇੰਨਾ ਹੈਰਾਨ ਆ ਵੀ ਜਿਹੜੇ ਉਹ ਲੋਕ ਸੁਣਦੇ ਆ, ਜਿੱਦਾਂ ਹੁਣ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਜੇ ਸਭ ਧਾਰਨ ਕੇ ਅਧਿਕਾਰੀ, ਇਹਨੂੰ ਕਿਉਂ ਨਹੀਂ ਕੰਡੈਮ ਕੀਤਾ ਜਾਂਦਾ? ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਉਹ ਮਨੂ ਨੇ ਜਾਣੀ, ਤੁਸੀਂ ਦੇਖੋ ਵੀ ਸਿਮਰਤੀ ਦੇ ਵਿੱਚ ਲਿਖਿਆ ਵੀ ਬ੍ਰਾਹਮਣ ਕਿਸੇ ਦਾ ਵੀ ਕਤਲ ਕਰਦੇ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਫਿਰ ਦੇਖੋ ਛੂਤ ਛਾਤ ਕਰਨ ਨੂੰ ਕਹਿੰਦਾ, ਪਰ ਨਾਲ ਉਹ ਕਹਿੰਦਾ ਵੀ ਜੇ ਸ਼ੂਦਰ ਦੀ ਔਰਤ ਆ ਉਹਦੇ ਨਾਲ ਤੁਸੀਂ ਬਲਾਤਕਾਰ ਕਰ ਸਕਦੇ। ਪਰ ਮੈਂ ਦੁਬਾਰਾ ਫਿਰ ਉਹੀ ਸਵਾਲ ਕਰ ਰਿਹਾ ਵੀ 2021 ਵਿੱਚ ਵੀ ਹਜੇ ਤੱਕ ਇਹ ਹਜ਼ਾਰਾਂ ਸਾਲਾਂ ਤੋਂ ਕਰਕੇ ਆ ਵੀ ਦੇਖੋ ਜਿਹੜਾ ਸਮਾਧਾਨ ਆ, ਸਮਾਧਾਨ ਲੋਕਾਂ ਨੇ ਕਰਨਾ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਜਿਹੜੀ ਭਾਰਤ ਦੇ ਵਿੱਚ ਵਿਵਸਥਾ ਕਾਇਮ ਆ, ਕਿਉਂਕਿ ਜਿਹੜੇ ਭਾਰਤ ਦੇ ਪੀੜਤ ਲੋਕ ਆ ਉਹਨਾਂ ਦੀ ਤਾਂ 85% ਪਾਪੂਲੇਸ਼ਨ ਹੈ। ਪਰ ਇੱਥੇ ਆਣ ਕੇ ਵੀ ਚੌਹਾਨ ਸਾਹਿਬ ਇੰਗਲੈਂਡ ਵਰਗੇ ਮੁਲਕਾਂ ਵਿੱਚ, ਅਮਰੀਕਾ ਕੈਨੇਡਾ ਜਾਣੀ ਕਿ ਯੂਰਪੀਅਨ ਕੰਟਰੀਆਂ ਵਿੱਚ ਆਣ ਕੇ ਵੀ ਅਸੀਂ ਇਹ ਕਰਤੂਤਾਂ ਕਰਨ ਤੋਂ ਹਟੇ ਨਹੀਂ ਹੈ। ਨਹੀਂ ਦੇਖੋ, ਜਿਹੜੀ ਤੁਹਾਡੇ ਗੱਲ ਮਨ 'ਚ ਵੜ ਜਾਂਦੀ ਹੈ ਉਹ ਮਨ 'ਚੋਂ ਨਿਕਲਦੀ ਨਹੀਂ। ਤਾਂ ਬੱਚਿਆਂ ਨੂੰ ਵੀ ਇੱਥੇ ਦਾ ਸਿਖਾ ਦੇਵੇ ਤੁਹਾਡੀ ਕੀ ਜਾਤ ਆ। ਬਿਲਕੁਲ ਬਿਲਕੁਲ। ਉਹ ਜਿਹੜੇ ਬੱਚੇ ਆ ਜਿਹੜੇ ਹੁਣ ਇੱਥੇ ਜੰਮੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਪਰ ਜਿਸ ਵੇਲੇ ਬਾਅਦ ਦੇ ਵਿੱਚ ਮਿਲਦੇ ਆ ਫਰੈਂਡ ਵੀ ਬਣ ਜਾਂਦੇ, ਬਾਅਦ ਚ ਪੁੱਛਦੇ ਆ ਵੀ ਤੁਹਾਡੀ ਜਾਤ ਕੀ ਹੈ। ਇਦਾਂ ਹੀ ਇਦਾਂ ਹੀ। ਔਰ ਇਹ ਕਿੰਨੀ ਮਾੜੀ ਗੱਲ ਹੈ, ਕਿਉਂਕਿ ਮੈਂ ਖੁਦ ਇੱਥੇ ਕੰਮ ਕੀਤਾ ਜਗ੍ਹਾ ਜਗ੍ਹਾ ਦੇ ਵਿੱਚ। ਕਈ ਜਗ੍ਹਾ ਤਾਂ ਉਹਨਾਂ ਨੂੰ ਪਤਾ ਸੀ ਮੇਰੀ ਜਾਤ ਦਾ, ਪਰ ਕਈ ਜਗ੍ਹਾ ਕਈ ਦੇਰ ਬਾਅਦ ਸਾਰਿਆਂ ਨੇ ਜਾਣਨਾ ਚਾਹਿਆ ਮੇਰੀ ਜਾਤ ਕੀ ਹੈ। ਇਦਾਂ ਹੀ ਜੀ, ਇਦਾਂ ਹੀ ਇਦਾਂ ਹੈ। ਔਰ ਉਹ ਉਨੀ ਦੇਰ ਉਹ ਸੰਤੁਸ਼ਟ ਨਹੀਂ ਹੁੰਦੇ ਜਦ ਤੱਕ ਤੁਹਾਡੀ ਜਾਤ ਦਾ ਨਹੀਂ ਪਤਾ ਲੱਗਦਾ। ਬਿਲਕੁਲ ਬਿਲਕੁਲ ਬਿਲਕੁਲ। ਪਰ ਦੇਖੋ ਇਹ ਜਿਹੜਾ ਕੋਡ ਹੈ ਆਪਾਂ ਨਾਲੇ ਲਈ ਫਿਰਦੇ ਆ। ਮੈਂ ਉਹੀ ਕਹਿੰਦਾ ਵੀ ਇਸ ਕੋਡ ਦਾ ਦੇਖੋ ਕਦੀ ਛੁਟਕਾਰਾ ਯਾਨੀ ਕਿ ਹੋਊਗਾ ਇਹਨਾਂ ਤੋਂ? ਨਹੀਂ, ਡੈਫੀਨਿਟਲੀ ਹੋਏਗਾ। ਕਿਉਂਕਿ ਦੇਖੋ ਕਦੇ ਵੀ ਆਪਣੀ ਜਿਹੜੀ ਸੋਚ ਹੈ ਉਹ ਨੈਗੇਟਿਵ ਨਹੀਂ ਚਾਹੀਦੀ। ਬਿਲਕੁਲ ਨਹੀਂ ਚਾਹੀਦੀ। ਬਿਲਕੁਲ। ਕਿਉਂਕਿ ਤੁਸੀਂ ਦੇਖੋ ਵੀ ਜਿਹੜੇ ਪਿਛਲੇ ਜੋ ਕੁਝ ਹੋਇਆ ਉਹਦੇ ਵਿੱਚ ਸੰਘਰਸ਼ ਕਰਨਾ ਪਿਆ। ਬਿਲਕੁਲ ਬਿਲਕੁਲ ਬਿਲਕੁਲ। ਯਾਨੀ ਪਹਿਲਾ ਸਟੈਪ ਹੈ ਐਜੂਕੇਸ਼ਨ, ਦੂਸਰਾ ਜਿਹੜਾ ਐਜੀਟੇਸ਼ਨ। ਬਿਲਕੁਲ। ਫਿਰ ਜਿਹੜੇ ਆਰਗੇਨਾਈਜ਼ ਨਹੀਂ ਜੇ ਲੋਕ ਇਹ ਹੁੰਦੇ ਫਿਰ ਤਾਂ ਮਾਰ ਪੈਣੀ ਹੈ। ਬਿਲਕੁਲ ਬਿਲਕੁਲ। ਕਿਉਂਕਿ ਇਸ ਕਰਕੇ ਜ਼ਰੂਰੀ ਆ ਵੀ ਜਿਹੜੀ ਧੱਕਾ ਜੇ ਰੋਕਣਾ ਤੇ ਇਹ ਜ਼ਰੂਰ ਜਾਨੀ ਇਹ ਲਈ ਆਵਾਜ਼ ਉਠਾਉਣ ਦੀ ਲੋੜ ਹੈ। ਥੈਂਕ ਯੂ ਚੌਹਾਨ ਸਾਹਿਬ, ਬਹੁਤ ਮਿਹਰਬਾਨੀ। ਜਿਹੜਾ ਤੁਹਾਡਾ ਵਿਸ਼ਾ ਹੈ ਸੁਨਹਿਰਾ ਭਵਿੱਖ, ਇਹ ਭਵਿੱਖ ਦੀ ਸਿਰਜਣਾ ਉਨੀ ਲੋਕਾਂ ਨੇ ਕਰਨੀ ਹੈ ਜਿਨ੍ਹਾਂ ਨੂੰ ਧੱਕਾ ਹੋ ਰਿਹਾ। ਥੈਂਕ ਯੂ ਥੈਂਕ ਯੂ। ਜੈ ਭੀਮ ਜੈ ਭਾਰਤ। ਇਹ ਤਾਂ ਸੀ ਜੀ ਚੌਹਾਨ ਸਾਹਿਬ, ਫਕੀਰ ਚੰਦ ਚੌਹਾਨ ਹੋਣੀ, ਜਿਹੜੇ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਅਤੇ ਸਾਡੇ ਫਰਾਈਡੇ ਦੇ ਪ੍ਰੋਗਰਾਮ ਵਿੱਚ ਵੀ ਜਾਣੀ ਜਿਹੜਾ ਰੈਗੂਲਰ ਕਾਲਰ ਹੈਗੇ ਆ। ਸਾਨੂੰ ਬੜਾ ਇਹਨਾਂ 'ਤੇ ਮਾਣ ਹੈਗਾ, ਬੜੇ ਹਿਸਟਰੀ ਦੇ ਜਾਣੂ ਹੈਗੇ ਆ ਅਤੇ ਬੜੇ ਵੈਲਿਡ ਜਾਣੀ ਕਿ ਪੁਆਇੰਟਸ ਜਾਣੀ ਕਿ ਲੈ ਕੇ ਆਉਂਦੇ ਹੈਗੇ, ਸਾਂਝੇ ਕਰਦੇ ਸਾਡੇ ਨਾਲ। ਇਹਨਾਂ ਦਾ ਵਿਸ਼ਲੇਸ਼ਣ, ਇਹਨਾਂ ਦਾ ਐਨਾਲਿਸਿਸ ਵੀ ਜਿਹੜਾ ਹੈਗਾ ਉਹ ਬਹੁਤ ਉੱਚ ਪਾਏ ਦਾ ਹੁੰਦਾ ਹੈਗਾ। ਅਤੇ ਜਿਹੜੀ ਗੱਲ ਮੈਂ ਵਾਰ-ਵਾਰ ਜਿਹੜਾ ਇਸ ਲੇਖ ਵਿੱਚ ਵੀ ਜਿਹੜੇ ਮੈਂ ਉਹ ਜਿਹੜੇ ਇਸ਼ੂਜ਼ ਜਿਹੜੇ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਮੈਂ ਹਰਜਿੰਦਰ ਬੋਲਦਾ ਭਾਜੀ। ਥੋੜਾ ਜਿਹਾ ਉੱਚੀ ਬੋਲੋ ਜੀ। ਹਾਂਜੀ, ਹਰਜਿੰਦਰ ਬੋਲਦਾ ਬਰਮਿੰਘਮ ਤੋਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਭਾਜੀ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਚੈਨਲਾਂ ਦੇ ਉੱਤੇ ਸਰ ਪੈਸਾ ਇਕੱਠਾ ਕਰਨ ਲੱਗੇ ਹੋ ਹਨਾ। ਇੰਡੀਆ ਦਾ ਦੁੱਖ ਕਿਸੇ ਨੂੰ ਹੈਗਾ ਕਿ ਨਹੀਂ ਹੈਗਾ? ਉਹ ਗੁਰੂ ਆਪਣੇ ਗੁਰੂ ਕਹਿ ਗਏ ਆ ਕਿ ਜੋ ਵੀ ਮਿਲਣਾ ਉਹ ਆਪਣੇ ਨਿਜ ਵੱਲ ਨਾਲ ਹੀ ਮਿਲਣਾ ਹਨਾ। ਹਾਂਜੀ ਹਾਂਜੀ। ਮੰਗਿਆ ਤਾਂ ਕੁਛ ਵੀ ਨਹੀਂ ਮਿਲਣਾ। ਤੇ ਆਪਾਂ ਉਹਨੂੰ ਹੀ ਪਿੱਛੇ ਛੱਡ ਕੇ ਬੈਠੇ ਹਾਂ ਤੇ ਆਪਣੇ ਇੱਥੇ ਲੰਗਰ ਲਾਈ ਜਾਂਦੇ ਆ ਤੇ ਉਤੋਂ ਪੈਸਾ ਭੇਜੀ ਜਾਂਦੇ ਆ। ਉਹਨਾਂ ਚਿਰ ਤੇ ਉਹ ਲੋਕਾਂ ਨੂੰ ਅਕਲ ਆਉਣੀ ਹੀ ਨਹੀਂ ਹੈ ਨਾ ਜਿੰਨਾ ਚਿਰ ਭੁੱਖਾ ਨਾ ਮਰੇ ਕੋਈ। ਤੇ ਫਿਰ ਤੁਸੀਂ ਕੀ ਕਰਨਾ ਚਾਹੁੰਦੇ ਆ? ਠੀਕ ਹੈ ਭਾਜੀ, ਥੈਂਕ ਯੂ ਤੁਹਾਡਾ ਜੀ। ਨਹੀਂ, ਮੇਰੀ ਗੱਲ ਮੁੱਕੀ ਨਹੀਂ ਭਾਜੀ। ਹਾਂਜੀ, ਮੇਰੀ ਗੱਲ ਮੁੱਕੀ ਨਹੀਂ। ਹਾਂ, ਕਰੋ ਗੱਲ ਫਿਰ। ਹੈਲੋ ਜੀ। ਹਾਂ, ਮੇਰਾ ਖਿਆਲ ਭਾਜੀ ਹੁਣ ਪਤਾ ਨਹੀਂ ਜਾਂ ਟੈਲੀਵਿਜ਼ਨ ਤੁਸੀਂ ਸੁਣ ਰਹੇ ਹੈਗੇ, ਟੈਲੀਵਿਜ਼ਨ ਨੂੰ ਬੰਦ ਕਰ ਦਿਓ। ਟੈਲੀਵਿਜ਼ਨ ਬੰਦ ਹੈ ਭਾਜੀ, ਮੈਂ ਟੈਲੀਵਿਜ਼ਨ ਦੇ ਪਿੱਛੇ ਨਹੀਂ ਪਿਆ ਹੋਊਗਾ। ਹਾਂ, ਕਰੋ ਗੱਲ ਫਿਰ, ਤੁਸੀਂ ਗੱਲ ਕਰੋ ਨਾ।
ਹਾਂ, ਟੈਲੀਵਿਜ਼ਨ ਦੇ ਵਿੱਚ ਨਹੀਂ ਪਿਆ ਮੈਂ। ਟੈਲੀਵਿਜ਼ਨ ਤਾਂ ਚੱਲੀ ਜਾਂਦੇ ਆ, ਉਹ ਤਾਂ ਸਾਰੇ ਪਾਸੇ ਚੱਲੀ ਜਾਂਦੇ ਆ। ਇਸ ਨੂੰ ਆਹ ਦੇ ਦਿਓ, ਆਹਨੂੰ ਆਹ ਦੇ ਦਿਓ, ਪੈਸੇ ਇਕੱਠੇ ਕਰ ਲਓ, ਇੰਡੀਆ ਨੂੰ ਭੇਜ ਦਿਓ। ਉਹ ਇੰਡੀਆ ਦੀ ਕਿੰਨੀ ਹੈਲਪ ਕੀਤੀ ਤੁਸੀਂ ਉਹ ਕਰ ਕਰਕੇ ਉਹ, ਪਰ ਉਹਨਾਂ ਲੋਕਾਂ ਨੂੰ ਕਦੋਂ ਅਕਲ ਆਊਗੀ? ਉਹ ਜਿਹੜੇ ਉਹ ਵੱਡੇ ਬੜੇ ਬੈਠੇ, ਉਹ ਸਾਰੀ ਗੌਰਮੈਂਟ ਦੀਆਂ ਚਾਲਾਂ ਹੈਗੀਆਂ ਨਾ, ਉਹਨਾਂ ਦੇ ਉਹ ਬੈਠੇ ਉੱਥੇ। ਭਾਜੀ ਯਾਨੀ ਕਿ ਜਿਹੜਾ ਅੱਜ ਦਾ ਸਬਜੈਕਟ ਹੈ ਉਹਦੇ ਬਾਰੇ ਗੱਲ ਕਰੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂ ਫਿਰ ਭਾਜੀ ਪ੍ਰੋਗਰਾਮ ਕਦ ਰੱਖਦੇ ਹੁੰਦੇ ਜੇ? ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਮਿਹਰਬਾਨੀ ਟੈਲੀਫੋਨ ਕਰਨ ਦੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਜਿਹੜਾ ਹੈਗਾ ਮੇਰੇ ਨਾਲ ਜਿਹੜਾ ਸੰਵਾਦ ਰਚਾ ਸਕਦੇ ਆ। ਜਿਹੜਾ ਅੱਜ ਦਾ ਵਿਸ਼ਾ ਹੈਗਾ ਉਹਦੇ 'ਤੇ ਕੇਂਦਰਿਤ ਕਰਨਾ ਹੈਗਾ, ਉਹਦੇ 'ਤੇ ਫੋਕਸ ਕਰਨਾ ਹੈਗਾ। ਮੈਂ ਕਿਸੇ ਹੋਰ ਵਿਸ਼ੇ ਬਾਰੇ ਗੱਲ ਨਹੀਂ ਕਰਨੀ ਹੈ, ਕਿਉਂਕਿ ਸਾਡੇ ਹੋਰ ਬਹੁਤ ਸਾਰੇ ਪ੍ਰੋਗਰਾਮ ਯਾਨੀ ਕਿ ਟੈਲੀਵਿਜ਼ਨਾਂ 'ਤੇ ਆਉਂਦੇ ਹੈਗੇ। ਤੁਸੀਂ ਜਿਹੜਾ ਪ੍ਰੋਗਰਾਮ ਹੁੰਦਾ ਹੈਗਾ ਉਸ ਵਿਸ਼ੇ ਦਾ, ਉਸ ਵਿਸ਼ੇ 'ਤੇ ਉਹ ਗੱਲ ਕਰਿਆ ਕਰੋ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ? ਵੈਲਕਮ ਹੈ ਜੀ। ਹਾਂਜੀ, ਮੈਂ ਜਗਦੀਸ਼ ਸਿੰਘ ਬੋਲਦਾ ਜੀ, ਗਲਾਸਕੋ ਤੋਂ। ਹਾਂਜੀ, ਕੀ ਕਹਿਣਾ ਚਾਹੋਗੇ ਜਗਦੀਸ਼ ਜੀ? ਬੜਾ ਸੋਹਣਾ ਆਪਣਾ ਸਬਜੈਕਟ ਹੈ। ਹਾਂਜੀ, ਮੈਂ ਇਹ ਕਹਿਣਾ ਚਾਹੂੰਗਾ ਵੀ ਜਿੱਦਾਂ ਮੇਰਾ ਐਕਸਪੀਰੀਅੰਸ ਹੈ, ਧੱਕਾ ਕਰਨ ਵਾਲੇ ਥੋੜ੍ਹੇ ਜਿਹੇ ਹੁੰਦੇ ਆ ਔਰ ਧੱਕਾ ਸਹਿਣ ਵਾਲੇ ਜ਼ਿਆਦਾ ਹੁੰਦੇ ਆ। ਹਾਂਜੀ ਹਾਂਜੀ। ਬਚਪਨ ਤੋਂ ਲਾ ਕੇ ਜਿਸ ਵੇਲੇ ਤੁਸੀਂ ਦੇਖੋ ਵੀ ਕਲਾਸ ਦੇ ਵਿੱਚ 2 ਜਾਂ 3 ਜਾਂ 4 ਮੁੰਡੇ ਇਹੋ ਜਿਹੇ ਹੁੰਦੇ ਆ ਜਾਂ ਇਹ ਬੱਚੇ ਹੁੰਦੇ ਆ ਜਿਹੜੇ ਨਾ ਸਰੀਰਕ ਤੌਰ ਤੇ ਜਰਾ ਤਕੜੇ ਹੁੰਦੇ ਆ ਔਰ ਕੱਪੜੇ ਵੀ ਸੋਹਣੇ ਪਾਏ ਹੁੰਦੇ ਆ, ਬੂਟ ਬਾਟ ਵੀ ਉਹ ਉਹਨਾਂ ਦਾ ਹੁੰਦਾ ਕਿ ਬਾਕੀਆਂ ਨੂੰ ਮੈਂ ਹੁਣ ਡਰਾ ਕੇ ਰੱਖੂੰਗਾ। ਅੱਛਾ, ਉਹਦੇ ਵਿੱਚ ਇਹ ਆ ਜਾਂਦਾ ਕੁਛ ਦੇਰ ਬਾਅਦ। ਇੱਕ ਮਿੰਟ, ਆਵਾਜ਼ ਘੱਟ ਕਰੋ, ਆਵਾਜ਼ ਨੂੰ ਬੰਦ ਹੀ ਕਰ ਲਓ, ਬੰਦ ਕਰੋ ਆਵਾਜ਼। ਉਹ ਧੱਕੇਸ਼ਾਹੀ ਜਿਹੜੀ ਨਾ ਕੁਛ ਚਿਰ ਬਾਅਦ ਹਟ ਵੀ ਜਾਂਦੀ ਹੈ। ਹਾਂਜੀ, ਔਰ ਉਹਦਾ ਅਸਰ ਖਾਸ ਕਰਕੇ ਜੋ ਮੈਂ ਦੇਖਿਆ ਸੀਗਾ, ਜਿਹੜੇ ਸਰੀਰਕ ਪੱਖੋਂ ਬੱਚੇ ਹੁੰਦੜਹੇਲ ਨਹੀਂ ਸਿਹਤਮੰਦ ਹੁੰਦੇ, ਉਹ ਕੀ ਕਰਦੇ, ਇੱਕ ਆਪਣਾ ਗਰੁੱਪ ਬਣਾ ਲੈਂਦੇ ਜਿਹੜੇ ਉਹੋ ਜਿਹੇ ਆਪ ਹੀ ਹੋਣ। ਬਿਲਕੁਲ ਬਿਲਕੁਲ। ਅੱਛਾ, ਉਸ ਗਰੁੱਪ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਹੁਣ ਸਾਨੂੰ ਕੋਈ ਤੰਗ ਕਰਨ ਵਾਲੇ ਜਿਹੜੇ ਨਾ ਵੀ ਉਹ 1 ਜਾਂ 2 ਜਿਹੜੇ ਤਕੜੇ ਹੁੰਦੇ ਆ ਉਹ ਹੁਣ ਸਾਨੂੰ ਤੰਗ ਨਹੀਂ ਕਰਨਗੇ। ਪਰ ਉਹਦੀ ਡਾਊਨ ਸਾਈਡ ਇਹ ਹੈ, ਉਸ ਗਰੁੱਪ 'ਚ ਸ਼ਾਮਲ ਹੋ ਕੇ ਨਾ ਉਹ ਫਿਰ ਮਾੜੇ ਕੰਮ ਕਰਨ ਲੱਗ ਪੈਂਦੇ ਆ। ਉਹਨਾਂ ਨੂੰ ਹੁੰਦਾ ਵੀ ਲੈ ਹੁਣ ਸਾਨੂੰ ਕੌਣ ਰੋਕੂਗਾ। ਫਿਰ ਉਹ ਵੀ ਕੁਛ ਨਾ ਕੁਛ ਉਹੋ ਜਿਹੇ ਬਣਨ ਲੱਗ ਪੈਂਦੇ ਜਿਹੇ ਜਿਹੜੇ ਉਹਨਾਂ ਨੂੰ ਤੰਗ ਕਰਦੇ ਹੁੰਦੇ ਸੀ। ਪਰ ਅੱਛੀ ਗੱਲ ਇਹ ਹੈ ਕਿ ਕਈ ਵਾਰੀ ਤੇ ਇਹ ਜਿਹੜੀ ਧੱਕੜਸ਼ਾਹੀ ਹੈ ਇਹ ਸਕੂਲ ਤੋਂ ਬਾਅਦ ਖਤਮ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਪਰ ਕਈ ਵਾਰੀ ਇਹ ਅੱਗੇ ਦਫ਼ਤਰਾਂ 'ਚ ਜਿਹੜੇ ਬੰਦੇ ਕੰਮ ਕਰਦੇ ਆ ਜਾਂ ਕੰਮ ਤੇ ਫੈਕਟਰੀਆਂ ਜਿੱਥੇ ਹੁੰਦੇ ਆ, ਉੱਥੇ ਵੀ ਇਹ ਹੁੰਦਾ ਕਿ ਜੇ ਅਗਰ ਸੁਪਰਵਾਈਜ਼ਰ ਜਿਹੜਾ ਉਹ ਜਿਹਾ ਉਹ ਜਾਤ ਪਾਤ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ, ਖਾਸ ਕਰਕੇ ਜੇ ਤੁਸੀਂ ਘੱਟ ਗਿਣਤੀ ਦੇ ਹੋਵੋ, ਸਕੂਲਾਂ 'ਚ ਵੀ ਘੱਟ ਗਿਣਤੀ ਵਾਲਿਆਂ ਨੂੰ ਸਾਨੂੰ ਅਸੀਂ ਕੋਈ, ਮੈਂ ਜਿਹੜੇ ਸਕੂਲ 'ਚ ਪੜ੍ਹਿਆ ਸੀਗਾ ਉਹ ਹਿੰਦੀ ਸਕੂਲ ਸੀਗਾ ਤੇ ਜੂੜੇ ਵਾਲੇ ਮੁੰਡੇ ਨੂੰ ਤਾਂ ਮਜ਼ਾਕ ਕਰਨਾ ਉਹਨਾਂ ਵਾਸਤੇ। ਅੱਛਾ, ਉਹ ਜਿਹੜੇ ਧੱਕੜ ਕਰਦੇ ਹੁੰਦੇ ਨੇ ਉਹਨੂੰ ਇੱਦਾਂ ਲੱਗਦਾ ਵੀ ਉਹ ਇਹ ਮਜ਼ਾਕ ਹੀ ਹੈ ਵੀ ਕੁਛ ਨਹੀਂ ਹੈਗਾ। ਪਰ ਲੇਕਿਨ ਜਿਹਨਾਂ 'ਚ ਇਹ ਧੱਕੜ ਹੁੰਦਾ ਨਾ, ਉਹ ਵਿਚਾਰੇ ਬੜੇ ਪਰੇਸ਼ਾਨ ਹੁੰਦੇ ਆ, ਉਹ ਕਿਸੇ ਨੂੰ ਦੱਸਦੇ ਵੀ ਨਹੀਂ ਬਚਪਨ ਦੇ ਵਿੱਚ। ਅੱਛਾ, ਅੱਗੇ ਦਫ਼ਤਰਾਂ ਵਿੱਚ ਫੈਕਟਰੀਆਂ 'ਚ ਜਿੱਥੇ ਕੰਮ ਕਰਦੇ ਉੱਥੇ ਵੀ ਇਹ ਧੱਕੜਸ਼ਾਹੀ ਫਿਰ ਕਲਮ ਦੇ ਨਾਲ ਹੋਣ ਲੱਗ ਪੈਂਦੀ ਆ, ਕਿਉਂਕਿ ਸਰੀਰਕ ਤੌਰ ਤੇ ਤਾਂ ਸਾਰੇ ਇੱਕੋ ਜਿਹੇ ਹੋਣ ਲੱਗ ਪੈਂਦੇ ਉੱਥੇ। ਔਰ ਇਹ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਜਿਹੜੇ ਬੰਦੇ ਤਰੱਕੀ ਜਿਹੜੀ ਉਹਨਾਂ ਨੂੰ ਡਿਊ ਹੁੰਦੀ ਹੈ ਉਹ ਚੰਗੀ ਤਰ੍ਹਾਂ ਮਿਲਦੀ ਨਹੀਂ ਹੈਗੀ। ਔਰ ਕਈ ਵਾਰੀ ਉਹ ਘੱਟ ਗਿਣਤੀ ਦੇ ਲੋਕ ਆਪ ਵੀ ਪ੍ਰਮੋਸ਼ਨ ਨਹੀਂ ਲੈਂਦੇ ਹੈਗੇ, ਭਾਵੇਂ 10-15 ਸਾਲ ਹੋ ਗਏ ਹੁੰਦੇ। ਉਹਨੂੰ ਹੁੰਦਾ ਕਿ ਜੇ ਮੈਂ ਘੱਟ ਗਿਣਤੀ ਵਾਲਾ ਪੌੜੀ ਤੇ ਚੜ੍ਹ ਕੇ ਕੋਈ ਕੰਮ ਕਰੂੰਗਾ ਤਾਂ ਇਹਨਾਂ ਨੇ ਹੇਠੋਂ ਪੌੜੀ ਖਿੱਚ ਦੇਣੀ ਹੈ ਵੀ ਇਹ ਸੁਪਰਵਾਈਜ਼ਰ ਕਿੱਦਾਂ ਬਣ ਗਿਆ। ਜਾਣ ਕੇ ਉਹਨਾਂ ਨੇ ਕਹਿਣਾ ਜੀ ਆਹ ਸਭ ਤੋਂ ਹੁੰਦਾ ਨਹੀਂ ਹੈਗਾ, ਤੇ ਉਹਨੂੰ ਪੌੜੀ ਤੇ ਚੜਾ ਦੇਣਾ, ਪੌੜੀ ਖਿੱਚ ਦੇਣੀ ਹੈ। ਇਹ ਵੀ ਲੋਕਾਂ ਨਾਲ ਹੋਇਆ। ਅੱਗੇ ਜਿਹੜੀ ਹੀਣਤਾ ਦੀ ਭਾਵਨਾ ਹੈਗੀ ਹੈ ਵੀ ਘਰਾਂ ਵਿੱਚ ਔਰ ਈਵਨ ਗੁਆਂਢ ਵਿੱਚ ਵੀ ਧੱਕੜਸ਼ਾਹੀ ਹੋ ਜਾਂਦੀ ਹੈ। ਜੇ ਗੁਆਂਢੀ ਕੋਈ ਸਖਤਾ ਜਿਹਾ ਆ ਜਾਵੇ ਨਾ, ਉਹ ਐਵੇਂ ਹੀ ਰੋਹ ਪਾਈ ਜਾਂਦਾ ਵੀ ਤੇਰਾ ਘਾਹ ਮੇਰੇ ਵੱਲੋਂ ਆਈ ਜਾਂਦਾ, ਤੇਰੀ ਫੈਂਸ ਡਿੰਗੀ ਹੈ, ਤੇਰਾ ਫਲਾਣਾ ਹੋ ਗਿਆ। ਇਹ ਹੀਣਤਾ ਦੀ ਭਾਵਨਾ ਜਿਹੜੀ ਬਹੁਤੇ, ਮੈਂ ਇਹੀ ਕਹੀ ਜਾਂਦਾ ਵੀ ਬਹੁਤੇ ਧੱਕਾ ਸਹਿਣ ਵਾਲੇ ਹੁੰਦੇ ਆ, ਕਰਨ ਵਾਲੇ ਥੋੜੇ ਜਿਹੇ ਹੁੰਦੇ ਆ। ਪਰ ਉਹ ਜਿਹੜੇ ਥੋੜੇ ਜਿਹੇ ਹੁੰਦੇ ਉਹ ਇੰਨਿਆਂ ਨੂੰ ਲਪੇਟ ਲੈਂਦੇ ਆ ਵੀ ਉਹ ਬਾਕੀਆਂ ਦਾ ਜੀਉਣਾ ਹਰਾਮ ਕਰ ਦਿੰਦੇ ਆ। ਪਰ ਜਿਹੜੀ ਆਪਾਂ ਜਗਦੀਸ਼ ਜੀ ਆਪਣੇ ਜਿਹੜੇ ਅਪਾਹਜ ਲੋਕ ਹੈਗੇ, ਡਿਸੇਬਲ ਲੋਕ ਹੈ, ਉਹਨਾਂ ਨਾਲ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਧੱਕਾ ਕਰਦੇ ਹਾਂ ਤੇ ਔਰਤਾਂ ਨਾਲ ਵੀ ਬੜੀ ਬੁਰੀ ਤਰ੍ਹਾਂ ਧੱਕਾ ਕਰਦੇ ਹਾਂ। ਬਿਲਕੁਲ ਹੈ ਜੀ। ਇਹ ਸਾਈਕੀ ਕਦੀ ਚੇਂਜ ਹੋਊ ਤੇ ਇਹ ਜਿਹੜੀ ਨਾ ਜਾਗਰਤਾ ਲਿਆਉਣ ਦੀ ਲੋੜ ਹੈਗੀ ਆ। ਦੇਖੋ ਸਾਡੇ ਤਾਂ ਕਹਿੰਦੇ ਜੀ ਵੀ ਹੱਥ ਕਿਸੇ ਦਾ ਹੱਥ ਟੋਕੇ 'ਚ ਆ ਜਾਵੇ ਨਾ, ਆਉਣ ਵਾਲੇ 6 ਪੀੜ੍ਹੀਆਂ 'ਚ ਹੁੰਦਾ ਜੀ ਟੁੰਡਿਆਂ ਦੇ ਘਰ ਜਾਣਾ।
ਮੈਂ ਤਾਂ ਉਹੀ ਕਹਿੰਦਾ, ਆਪਾਂ ਸ਼ਰੇਆਮ ਕਹਿੰਦੇ ਟੁੰਡਾ ਕਹਿੰਦੇ, ਕਿਸੇ ਨੂੰ ਕਾਣਾ ਕਹਿੰਦੇ, ਕਿਸੇ ਨੂੰ ਬੋਲਾ, ਸ਼ਰੇਆਮ ਕਹਿੰਦੇ ਹਲੇ ਵੀ ਇਹ ਨਹੀਂ ਪਤਾ ਲੱਗਦਾ ਉਹਦੀਆਂ ਫੀਲਿੰਗਸ ਜਾਣੀ ਕਿ ਕਿੰਨੀਆਂ ਹਰਟ ਹੋਈਆਂ ਹੁੰਦੀ ਹੈ ਜੀ। ਪਰ ਉਹ ਜਿਹੜੇ ਹੁੰਦੇ ਪਿੰਡਾਂ ਵਿੱਚ ਤਾਂ ਆਮ ਤੌਰ ਤੇ ਪ੍ਰਚਲਿਤ ਹੁੰਦਾ, ਉਹ ਇੰਨੇ ਆਦੀ ਹੋ ਜਾਂਦੇ ਆ, ਉਹਨਾਂ ਨੂੰ ਬੁਰਾ ਲੱਗਦਾ ਹੀ ਨਹੀਂ ਕਿਉਂਕਿ ਸਾਰੇ ਹੀ ਉਹਨਾਂ ਨੂੰ ਟੁੰਡਾ ਕਹੀ ਜਾਂਦੇ ਆ। ਬਿਲਕੁਲ। ਅੱਛਾ, ਫਿਰ ਇਹ ਜਿਹੜਾ ਕਈ ਵਾਰੀ ਇਹ ਇੰਨਾ ਕੰਮ ਖਰਾਬ ਹੋਣ ਲੱਗ ਪੈਂਦਾ ਵੀ ਅਗਰ ਕਿਸੇ ਔਰਤ ਤੇ ਹੋਵੇ ਤੇ ਉਹ ਆਤਮਘਾਤ ਕਰ ਜਾਂਦੀਆਂ, ਕਈ ਵਾਰੀ ਤਾਂ ਉਹ ਪਤੀ ਨੂੰ ਮਾਰ ਦਿੰਦੀਆਂ ਨੇ ਵੀ ਮੈਂ ਬਹੁਤ ਸਹਿ ਲਿਆ, ਹੁਣ ਮੈਂ ਹੋਰ ਨਹੀਂ ਸਹਿ ਸਕਦੀ। ਬਿਲਕੁਲ ਬਿਲਕੁਲ ਬਿਲਕੁਲ। ਇੱਥੇ ਵੀ ਕੇਸਿਸ ਹੋਏ ਜੀ ਜਗਦੀਸ਼ ਜੀ? ਜੀ ਜੀ ਜੀ, ਇੱਥੇ ਵੀ ਹੁੰਦੇ ਆ। ਪਰ ਇਹ ਗੱਲ ਤਾਂ ਆਖਰ ਤੇ ਇਹ ਜਾਗਰੂਕਤਾ ਲਿਆਉਣ ਦੀ ਹੈ। ਇੱਥੇ ਜਿਹੜੇ ਸਕੂਲ ਦੇ ਟੀਚਰ ਹੁੰਦੇ ਨਾ, ਅਗਰ ਕੋਈ ਕਿਸੇ ਨੂੰ ਦੇਖ ਕੇ ਹੱਸਦਾ ਤਾਂ ਟੀਚਰ ਉਸੇ ਵੇਲੇ ਕਹਿ ਦਿੰਦੇ ਵੀ ਦੇਖ ਇਹ ਕੰਮ ਠੀਕ ਨਹੀਂ ਹੈਗਾ, ਵੀ ਇਹ ਅਗਰ ਅਪਾਹਜ ਹੈ ਤਾਂ ਤੁਸੀਂ ਇਸ ਦੇਸ਼ ਵਿੱਚ ਅਪਾਹਜਾਨਾ ਬਹੁਤ ਘੱਟ ਹੁੰਦਾ। ਸਾਡੇ ਤਾਂ ਹਰ ਵਰਗ 'ਚ ਹਰ ਜਗ੍ਹਾ ਤੇ ਕੋਈ ਨਾ ਕੋਈ ਲੱਭਦੇ ਫਿਰਦੇ ਆ ਵੀ ਮੈਂ ਕਿਹਨੂੰ ਤੰਗ ਕਰਾਂ। ਬਿਲਕੁਲ ਬਿਲਕੁਲ ਬਿਲਕੁਲ। ਤੇ ਫਿਰ ਸਾਡੇ ਨਾਲੇ ਰੱਬ ਦਾ ਡਰ ਵੀ ਸਾਡੇ ਜ਼ਿਆਦਾ ਹੁੰਦਾ ਵੀ ਜੇ ਤੁਸੀਂ ਕਮਜ਼ੋਰ ਨੂੰ ਤੰਗ ਕਰੋਗੇ ਤੁਹਾਨੂੰ ਪਰਮਾਤਮਾ ਸਜ਼ਾ ਦੇਊਗਾ, ਲੇਕਿਨ ਉਹ ਸੁਣਦੇ ਨਹੀਂ ਹੈਗੇ। ਤੇ ਇਹਦੇ 'ਚ ਇਹ ਹੈ ਵੀ ਜਿੰਨੀ ਵੀ ਵੱਧ ਤੋਂ ਵੱਧ ਜਾਗਰੂਕਤਾ ਹਰ ਪਹਿਲੂ ਤੇ ਲਿਆ ਸਕਦੇ ਆ ਉੱਥੇ ਹੋਵੇ। ਫੈਕਟਰੀਆਂ, ਦੁਕਾਨਾਂ, ਦਫ਼ਤਰਾਂ ਦੇ ਵਿੱਚ ਇਹ ਹੋਵੇ ਵੀ ਲਿਖ ਕੇ ਲਾਇਆ ਹੁੰਦਾ ਉੱਥੇ ਵੀ ਕਿਸੇ ਨੂੰ ਵੀ ਤੰਗ ਕਰਨਾ ਜਿਹੜਾ ਨਾ ਗਾਹਕ, ਅਸੀਂ ਜ਼ੀਰੋ ਟੋਲਰੈਂਸ ਹੁੰਦੀ ਹੈ ਵੀ ਅਸੀਂ ਗਾਹਕ ਵੀ ਕਿਸੇ ਨੂੰ ਸਤਾਵੇ ਨਾ। ਔਰ ਕਿਉਂਕਿ ਗਾਹਕ ਵੀ ਜਿਹੜੇ ਹੁੰਦੇ ਨੇ ਉਹ ਵੀ ਟੋਲਰੈਂਸ ਦੀ ਰੱਖਦੇ ਹੈਗੇ, ਉਹ ਵੀ ਲੜ ਪੈਂਦੇ ਆ ਤੇ ਆ ਕੇ ਉਹ ਜਦ ਜੀ ਕਰਦਾ ਦੁਕਾਨਦਾਰ ਜਿਹੜੇ ਦੇਸੀ ਬੰਦਾ ਉਹਨੂੰ ਜਦ ਜੀ ਕਰਦਾ ਜਾ ਕੇ ਗਾਲਾਂ ਕੱਢ ਸਕਦੇ, ਉਹ ਵੀ ਤਾਂ ਤੱਕੜੀ ਹੈ। ਪਰ ਇਹ ਜਗਦੀਸ਼ ਜੀ ਆਪਾਂ ਨੂੰ ਘਰ ਤੋਂ ਨਹੀਂ ਸ਼ੁਰੂ ਕਰਨਾ ਚਾਹੀਦਾ? ਜਦੋਂ ਅਸੀਂ ਘਰ ਵਿੱਚ ਦੇਖਦੇ ਹਾਂ ਨਾ ਵੀ ਮੁੰਡੇ ਨਾਲ ਸਾਡਾ ਵਰਤਾਵ ਜੁਦਾ ਹੈਗਾ, ਕੁੜੀ ਨਾਲ ਜੁਦਾ ਹੈਗਾ, ਫਿਰ ਜਾਣੀ ਕਿ ਜੇ ਕੋਈ ਡਿਸੇਬਲਡ ਬੱਚਾ ਹੈਗਾ ਉਹਨਾਂ ਸਾਡਾ ਵਰਤਾਵ ਜੁਦਾ ਹੈਗਾ, ਕੀ ਸਾਨੂੰ ਘਰ ਤੋਂ ਨਹੀਂ ਸ਼ੁਰੂ ਕਰਨਾ ਚਾਹੀਦਾ? ਇਹ ਬਿਲਕੁਲ ਘਰ ਤੋਂ ਹੋਣਾ ਚਾਹੀਦਾ, ਲੇਕਿਨ ਉਹਦੇ 'ਚ ਇੱਕ ਚੀਜ਼ ਇਹ ਹੋ ਜਾਂਦੀ ਹੈ ਜਦੋਂ ਘਰ ਦੇ ਬੱਚੇ, ਮਾਂ-ਬਾਪ ਨੂੰ ਵੀ ਇੱਕ ਟ੍ਰੇਨਿੰਗ ਲੈਣੀ ਚਾਹੀਦੀ ਹੈ ਵੀ ਕਿਸੇ ਹੱਦ ਤੱਕ ਸਹਿਣਸ਼ੀਲਤਾ ਆਪਣੇ ਬੱਚੇ ਨੂੰ ਸਿਖਾਓ। ਬਿਲਕੁਲ ਬਿਲਕੁਲ ਬਿਲਕੁਲ। ਸੁਸ਼ੀਲ ਬਣੋ, ਸਾਊ ਬਣੋ, ਕਿਸੇ ਨੂੰ ਆਇਆ ਨਾ ਕਰੋ, ਤੂੰ ਉਹ ਨਾ ਕਰੋ। ਉਹ ਜਦ ਸਕੂਲ ਜਾਂਦਾ ਢਾਣੀ ਦੇ ਵਿੱਚ ਉੱਥੇ ਧੱਕੇਸ਼ਾਹੀ ਹੁੰਦੀ, ਉਹ ਕਹਿੰਦੇ ਮੇਰੇ ਮਾਂ-ਬਾਪ ਨੂੰ ਤਾਂ ਕਿਹਾ ਸੀਗਾ ਵੀ ਤੂੰ ਸਾਊ ਬਣਨਾ, ਕਿਸੇ ਨੂੰ ਮਾੜਾ ਨਹੀਂ ਕਹਿਣਾ ਹੈਗਾ। ਉੱਥੇ ਫਿਰ ਇਹ ਆ ਜਾਂਦਾ, ਇੱਕ ਛੋਟੀ ਜਿਹੀ ਗੱਲ ਕਹਿ ਕੇ ਮੈਂ ਸਮਾਪਤ ਕਰੂੰਗਾ ਕਿਉਂਕਿ ਟਾਈਮ ਵੀ ਹੋ ਜਾਂਦਾ। ਇੱਕ ਕੋਈ ਸੱਪ ਸੀਗਾ, ਉਹਨੇ ਮਹਾਪੁਰਸ਼ਾਂ ਦਾ ਇਹ ਵਚਨ ਸੁਣ ਲਏ, ਪ੍ਰਵਚਨ ਸੁਣੇ ਵੀ ਕਿਸੇ ਨੂੰ ਦੁਖੀ ਨਹੀਂ ਕਰਨਾ, ਤੰਗ ਨਹੀਂ ਕਰਨਾ। ਤੇ ਅਗਲੇ ਦਿਨ ਉਹ ਇੱਥੇ ਖੇਤ ਵਿੱਚ ਪਿਆ ਸੀ ਤੇ ਜੱਟ ਆਇਆ, ਉਹਨੇ ਸੋਚਿਆ ਵੀ ਸੱਪ ਤਾਂ ਮਰਿਆ ਹੋਇਆ ਲੱਗਦਾ। ਉਹਨੇ ਚੱਕਿਆ ਤੇ ਆਪਣੀ ਚਿੰਗਾਂ ਦੇ ਰੱਖ ਕੇ ਤੇ ਉਹਨੂੰ ਰੱਸਾ ਸਮਝ ਕੇ ਲਪੇਟ ਲਿਆ ਤੇ ਉਹ ਮਰਿਆ ਭਗਾ ਕੇ ਤੇ ਚਿੰਗਾਂ ਨੇ ਉਹਦਾ ਸਰੀਰ ਪਾੜ ਦਿੱਤਾ। ਉਹ ਜਾ ਕੇ ਆਪਣੇ ਗੁਰੂਆਂ ਨੂੰ ਜਾ ਕੇ ਕਹਿੰਦਾ, ਬਾਬੇ ਨੂੰ ਕਹਿੰਦਾ ਵੀ ਕੱਲ ਤੇਰਾ ਲੈਕਚਰ ਸੁਣਿਆ ਸੀ ਵੀ ਕਿਸੇ ਨੂੰ ਦੁਖੀ ਨਾ ਕਰੋ ਤੇ ਮੇਰਾ ਆਹ ਹਾਲ ਹੋਇਆ। ਕਹਿੰਦਾ ਭਾਈ ਗੱਲ ਇਹ ਹੈ ਵੀ ਡੰਗ ਮਾਰਨਾ ਬੁਰਾ ਹੈਗਾ, ਫੁਰਾਟਾ ਮਾਰਨਾ ਤਾਂ ਕੋਈ ਬੁਰਾ ਨਹੀਂ ਹੈਗਾ। ਦੇਖੋ ਨਾ ਵੀ ਡੰਗ ਨਾ ਮਾਰ, ਜਦ ਤੇਰੇ ਕੋਲ ਆਇਆ ਸੀਗਾ। ਤੇ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਵੀ ਇੱਕ ਹੱਦ ਤੱਕ ਸਹਿਣਸ਼ੀਲਤਾ ਰੱਖਣੀ ਚਾਹੀਦੀ ਹੈ। ਉਸ ਤੋਂ ਬਾਅਦ ਤੁਹਾਨੂੰ ਰਿਸ਼ਟ ਪੁਸ਼ਟ ਹੋਣਾ ਚਾਹੀਦਾ। ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੁੰਦੇ ਸੀਗੇ ਵੀ ਤੁਸੀਂ ਏਦਾਂ ਕਰੋ, ਕਰਾਟੀ ਸਿੱਖਿਆ ਕਰੋ। ਬਿਲਕੁਲ, ਮੇਰੇ ਦਿਮਾਗ ਵਿੱਚ ਵੀ ਇਹ ਇਮੀਡੀਏਟਲੀ ਗੱਲ ਆਈ ਇਹ ਜੀ, ਕਰਾਟੀ ਸਿੱਖਿਆ ਕਰੋ। ਵੀ ਕਿਸੇ ਨੂੰ ਕਰਾਟੀ ਵਾਲੇ ਵੀ ਸਿਖਾਉਂਦੇ ਵੀ ਕਿਸੇ ਨੂੰ ਜਾਣਬੁੱਝ ਕੇ ਨਹੀਂ ਕਹਿਣਾ, ਪਰ ਉਹ ਸੈਲਫ ਡਿਫੈਂਸ ਸਿਖਾਉਂਦੇ ਆ। ਬਿਲਕੁਲ ਬਿਲਕੁਲ। ਉਦੋਂ ਘਰੋਂ ਸ਼ੁਰੂ ਹੋਣੀ ਚਾਹੀਦੀ ਹੈ, ਹੌਲੀ ਹੌਲੀ ਕਰਕੇ। ਇਹ ਜਾਗਰੂਕਤਾ ਕੋਈ ਨਹੀਂ, ਲੱਗੇ ਹੋਏ ਆ, ਤੁਸੀਂ ਕੋਸ਼ਿਸ਼ ਕਰ ਰਹੇ ਹੋ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਰੱਬ ਕਰੇ ਸਭ ਦਾ ਭਲਾ ਹੋਵੇ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਸੀ। ਇਹ ਤਾਂ ਸੀ ਜੀ ਮੇਰੇ ਵੀਰ ਜਗਦੀਸ਼ ਸਿੰਘ ਗਲਾਸਗੋ ਤੋਂ, ਜਿਨ੍ਹਾਂ ਨੇ ਫੋਨ ਕੀਤਾ। ਬੜੀਆਂ ਪਿਆਰੀਆਂ ਗੱਲਾਂ ਕਰਕੇ ਗਏ ਹੈਗੇ ਆ। ਤੁਸੀਂ ਵੀ ਜਿਹੜਾ ਹੈਗਾ ਮੇਰੇ ਨਾਲ ਸੰਵਾਦ ਰਚਾ ਸਕਦੇ ਆ, ਕਿਉਂਕਿ ਇਹ ਗੱਲ ਬਿਲਕੁਲ ਠੀਕ ਹੈਗੀ ਆ। ਜਿਹੜਾ ਸੈਲਫ ਡਿਫੈਂਸ ਜਿਹੜੀ ਹੈ, ਮੈਂ ਵੈਸੇ ਬਹੁਤ ਸ਼ਿੱਦਤ ਨਾਲ ਇਸ ਗੱਲ ਨੂੰ ਮਹਿਸੂਸ ਕਰਦਾ ਵੀ ਖਾਸ ਕਰਕੇ ਲੜਕੀਆਂ ਸਾਡੀਆਂ ਜਿਹੜੀ ਹੈਗੀ ਆ ਉਹ ਕੰਗ ਫੂ, ਕਰਾਟੀ, ਇਹੋ ਜਿਹੀਆਂ ਜਿਹੜੀਆਂ ਸੈਲਫ ਡਿਫੈਂਸ ਦੀਆਂ ਜਿਹੜੀਆਂ ਅਲਾਮਤਾਂ, ਜਿਹੜੀਆਂ ਗੱਲਾਂ ਹੈਗੀਆਂ ਉਹਨਾਂ ਨੂੰ ਜ਼ਰੂਰ ਸਿੱਖਣੀ ਚਾਹੀਦੀਆਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਜੀ। ਹੈਲੋ ਜੀ, ਨਮਸਕਾਰ। ਹਰੀਸ਼ ਮਲਹੋਤਰਾ, ਮੈਂ ਚਾਂਦ ਬੋਲਦੀ ਹਾਂ। ਹੈਲੋ ਚਾਂਦ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਸਬਜੈਕਟ ਬਾਰੇ? ਹਾਂਜੀ, ਤੁਹਾਡੇ ਟੌਪਿਕ ਜਿਹੜਾ ਬਹੁਤ ਹੀ ਨਾਈਸ ਹੈਗਾ ਕਿ ਬੁਲਿੰਗ ਦੇ ਉੱਪਰ ਹੈਗਾ ਆ। ਬੁਲਿੰਗ ਜਿਹੜੀ ਹੈਗੀ ਕਈ ਤਰ੍ਹਾਂ ਦੀ ਹੁੰਦੀ, ਬੱਚਿਆਂ ਨਾਲ ਬੁਲਿੰਗ ਹੁੰਦੀ ਆ, ਲੇਡੀਜ਼ ਦੇ ਨਾਲ ਹੁੰਦੀ ਆ, ਆਪਣੇ ਨਾਲ ਕੰਮਾਂ ਤੇ ਹੁੰਦੀ ਆ, ਸਕੂਲਾਂ ਦੇ ਵਿੱਚ ਹੁੰਦੀ ਆ। ਜਿੱਦਾਂ ਹੁਣ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਹੁੰਦੇ ਆ, ਕਈ ਬੱਚੇ ਜਿਹੜੇ ਪੜ੍ਹਨ ਵਿੱਚ ਹੁਸ਼ਿਆਰ ਹੁੰਦੇ ਆ ਤਾਂ ਬੜੇ ਭਲੇ ਮਾਨਸ ਹੁੰਦੇ ਕਿ ਕਿਸੇ ਨੂੰ ਕੁਝ ਕਹਿੰਦੇ ਨਹੀਂ, ਪਰ ਉਹਨਾਂ ਨੂੰ ਜਿਹੜੇ ਬਾਕੀ ਬੱਚੇ ਹੈਗੇ ਉਹ ਤੰਗ ਕਰਦੇ ਆ। ਬਿਲਕੁਲ ਬਿਲਕੁਲ। ਜਿੱਦਾਂ ਵੀ ਹੁਣ ਕਲਾਸ ਦੇ ਵਿੱਚ ਹੈਗੇ ਆ, ਇੱਕ ਬੱਚਾ ਆ, ਉਹਦੇ ਮਗਰ ਜਿਹਦਾ ਗੋਰੇ ਵਿੱਚੇ ਕਾਲੇ ਵਿੱਚੇ ਆਪਣੇ ਇੰਡੀਅਨ ਜਿਹੜੇ ਹੈਗੇ ਆ ਉਹ ਬੁਲਿੰਗ ਕਰਦੇ ਆ ਬੱਚੇ ਨੂੰ। ਹਰ ਜਗ੍ਹਾ ਤੇ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ। ਬੱਚੇ ਦੇ ਮੈਂਟਲੀ ਔਰ ਆਪਣੀ ਹੈਲਥ ਵਾਈਜ਼ ਉੱਤੇ ਬਹੁਤ ਫਰਕ ਪੈਂਦਾ ਹੈ। ਬਿਲਕੁਲ ਬਿਲਕੁਲ ਪੈਂਦਾ। ਜਿਹੜੇ ਹੈਗੇ ਇਹਨੇ ਕੰਮਾਂ ਦੇ ਵਿੱਚ ਬੁਲਿੰਗ ਕਰਨ ਦੇ ਕਾਰਨ ਕਈ ਵਾਰੀ ਸੁਸਾਈਡ ਵੀ ਕਰ ਜਾਂਦੇ ਆ। ਇਹਦੇ ਕੇਸਿਸ ਹੋਏ ਇੱਥੇ ਬਹੁਤ ਸਾਰੇ। ਯੈਸ ਯੈਸ, ਇਹ ਕੇਸਿਸ ਬਹੁਤ ਹੁੰਦੇ ਹੈਗੇ ਆ, ਕਿਉਂਕਿ ਬੱਚੇ ਜਿਹੜੇ ਹੈਗੇ ਉਹ ਆਪਣੇ ਮਾਂ-ਬਾਪ ਨਾਲ ਆਣ ਕੇ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਚਾਹੁੰਦੇ ਹੈਗੇ ਵੀ ਸਾਡੇ ਮਾਂ-ਬਾਪ ਦੁਖੀ ਹੋਣਗੇ। ਪਰ
ਇਹ ਗਲਤ ਗੱਲਾਂ ਆ। ਸਾਡੇ ਬੱਚਿਆਂ ਨੂੰ ਕੋਈ ਵੀ ਗੱਲ ਹੋਵੇ ਉਹਨਾਂ ਨੂੰ ਦੱਸਣਾ ਚਾਹੀਦਾ ਆ। ਪਰ ਇਹ ਕੰਮ ਜਿਹੜਾ ਸਿਰਫ ਇੰਡੀਆ ਦੇ ਵਿੱਚ ਨਹੀਂ ਹੈ, ਇਹਨਾਂ ਕੰਟਰੀਆਂ ਦੇ ਵਿੱਚ ਵੀ ਬਹੁਤ ਹੈ। ਹਾਂਜੀ ਹਾਂਜੀ ਹੈ ਨਾ। ਤੇ ਬਾਕੀ ਜਿੱਦਾਂ ਤੁਸੀਂ ਗੱਲ ਕਰਦੇ ਸੀਗੇ ਡਿਸੇਬਲਡ ਪੀਪਲ, ਜਿੱਦਾਂ ਕਿ ਸਪੋਜ਼ ਤੁਸੀਂ ਆਪਣਾ ਪਾਰਟਨਰ ਹੀ ਲਾ ਲਓ ਜੀ, ਉਹ ਡਿਸੇਬਲਡ ਹੁੰਦਾ ਆ, ਉਹਦੀਆਂ ਜਿਹੜੀਆਂ ਆਪਣੀ ਵਾਈਫ ਹੁੰਦੀ ਆ ਉਹ ਬੜੇ ਆਪਣੇ ਆਦਮੀ ਨੂੰ ਤਸੀਹੇ ਦਿੰਦੀ ਆ, ਇਹ ਵੀ ਇੱਕ ਬੁਲਿੰਗ ਹੁੰਦੀ ਆ, ਕਿਉਂਕਿ ਉਹਦੀ ਚੰਗੀ ਤਰ੍ਹਾਂ ਲੁੱਕ ਆਫਟਰ ਨਹੀਂ ਕਰਨੀ ਜਾਂ ਜਿੱਦਾਂ ਵੀ ਹੈਗਾ ਆ। ਉਹ ਵੀ ਬਹੁਤ ਹੀ ਵੱਡਾ ਜਿਹੜਾ ਹੈਗਾ ਇਹ ਵੀ ਜਿੱਦਾਂ ਪਹਿਲਾਂ ਤਾਂ ਆਦਮੀ ਕਮਾਉਂਦਾ ਸੀ, ਹੁਣ ਡਿਸੇਬਲਡ ਹੋ ਗਿਆ, ਵੀ ਜਿੱਦਾਂ ਉਹਦੀ ਕਦਰ ਨਹੀਂ ਹੁੰਦੀ। ਉਹ ਤਾਂ ਇਹ ਤਾਂ ਬਹੁਤ ਵੱਡਾ ਜ਼ੁਲਮ ਹੈ, ਅਨਿਆਂ ਹੈਗਾ ਇਹ ਬਹੁਤ ਵੱਡਾ ਜ਼ੁਲਮ ਆ। ਤੇ ਬਾਕੀ ਜਿੱਦਾਂ ਹੁਣ ਔਰਤ ਜਿਹੜੀ ਹੈਗੀ ਆ, ਔਰਤ ਨੂੰ ਹੀ ਬੁਲਿੰਗ ਕਰਦੀ ਆ, ਜਿੱਦਾਂ ਇੰਡੀਆ ਦੇ ਵਿੱਚ ਵੀ ਇੱਥੇ ਵੀ ਹੁੰਦੀਆਂ ਆ, ਜਿੱਦਾਂ ਕਿ ਜਨਾਨੀਆਂ ਜਿਹੜੀਆਂ ਹੈਗੀਆਂ ਨੂੰਹਾਂ ਨੂੰ ਤੰਗ ਕਰਦੀਆਂ ਆ, ਜਾਂ ਕਿੱਦਾਂ ਵੀ ਹੈਗਾ ਆ, ਕਿੱਦਾਂ ਇੰਡੀਆ ਦੇ ਵਿੱਚ ਸਾੜਦੇ ਹੁੰਦੇ ਸੀ, ਉੱਥੇ ਅਜੇ ਵੀ ਹੈਗਾ ਆ। ਕੰਮਾਂ ਦੇ ਵਿੱਚ ਵੀ ਕਾਫੀ ਹੈਗਾ ਹੈ, ਜਿੱਦਾਂ ਕਿ ਅੱਜ ਕੱਲ੍ਹ ਪੋਲੀਟਿਕਸ ਬੜਾ ਚੱਲਦਾ ਆ। ਉਹ ਜਿਹਨਾਂ ਨੂੰ ਕੁਛ ਆਉਂਦਾ ਜਾਂਦਾ ਨਹੀਂ ਉਹ ਕਹਿੰਦੇ ਜੀ ਇਹਨੂੰ ਤਾਂ ਬਹੁਤ ਕੁਛ ਆਉਂਦਾ ਜਾਂਦਾ, ਜਿਹਨਾਂ ਨੂੰ ਆਉਂਦਾ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਕਿਉਂਕਿ ਅੱਜ ਕੱਲ੍ਹ ਜਿਹੜੀ ਹੈਗੀਆਂ ਬੜੀਆਂ ਕੰਮਾਂ ਤੇ ਵੀ ਇਹ ਬੁਲਿੰਗ ਹੀ ਹੁੰਦੀ ਆ। ਕੰਮਾਂ ਤੇ ਇੱਕ ਨੂੰ ਮੈਂ ਜਾਣਦਾ ਹੈਗਾ, ਉਹਦੀ ਵਾਈਫ ਨੂੰ ਯਾਨੀ ਕਿ ਉਹਨਾਂ ਨੇ ਬਹੁਤ ਹਰਾਸ ਕੀਤਾ ਤੇ ਉਸ ਵਿਚਾਰੀ ਨੇ ਸੁਸਾਈਡ ਕਰ ਲਿਆ। ਹਾਂਜੀ ਕਰਦੀਆਂ ਬੁਲਿੰਗ ਬਹੁਤ, ਕਿਉਂਕਿ ਉਹ ਸਾਡੇ ਸਪੈਸ਼ਲੀ ਜਿੱਥੇ ਇੰਡੀਅਨ ਜਿਹਦਾ ਫੈਕਟਰੀਆਂ 'ਚ ਕੰਮ ਕਰਦੀਆਂ ਆ, ਉਹ ਚੁਗਲੀਆਂ ਕਰਕੇ ਚੁਗਲੀਆਂ, ਉਹ ਵੀ ਬੁਲਿੰਗ ਆ ਬਹੁਤ ਜ਼ਿਆਦਾ, ਕਿ ਤੁਸੀਂ ਘਰ ਦੀਆਂ ਗੱਲਾਂ ਜਿਹੜੀਆਂ ਜੇ ਉਹਦੇ ਕੋਲੋਂ ਸੁਣ ਕੇ ਦੂਜੇ ਨਾਲ ਕਰਕੇ ਫਿਰ ਚੁਗਲੀਆਂ ਕਰਨੀਆਂ, ਉਹ ਵੀ ਬੁਲਿੰਗ ਕਰਨੀ, ਤੇ ਬਾਅਦ ਵਿੱਚ ਮਿਹਣੇ ਦੇਣੇ ਦੈਟਸ ਰੋਂਗ, ਹੈ ਨਾ। ਤੇ ਜਿੱਦਾਂ ਹੁਣ ਅੱਜ ਤੁਸੀਂ ਉਹ ਵੀ ਦੱਸਿਆ ਵੀ ਆਪਣੇ ਜਿੱਦਾਂ ਹੁਣ ਆਪਣੇ ਉੱਤੇ ਚਮਾਰ ਜਾਂ ਚੂੜੇ ਹੁੰਦੇ ਸੀ ਇੰਡੀਆ ਦੇ ਵਿੱਚ, ਸਾਡੀਆਂ ਮਾਵਾਂ ਵੀ ਕਹਿੰਦੀਆਂ ਹੁੰਦੀਆਂ ਸੀ ਨਹੀਂ ਤੂੰ ਸਾਡੇ ਚੌਂਕੇ ਨਹੀਂ ਚੜ ਸਕਦਾ, ਉਹਨਾਂ ਵਾਸਤੇ ਸਪੈਸ਼ਲ ਭਾਂਡੇ ਰੱਖੇ ਹੁੰਦੇ ਸੀ ਵੀ ਤੂੰ ਬਾਹਰ ਹੀ ਉੱਥੇ ਪੀ ਤੇ ਇੱਥੇ ਹੀ ਰੱਖ ਜਾਏ, ਹੈ ਨਾ। ਉਹ ਵੀ ਪਰ ਇਹ ਆਪਣੀਆਂ ਕੰਟਰੀਆਂ ਦੇ, ਹੁਣ ਇੱਧਰਲੀਆਂ ਕੰਟਰੀਆਂ 'ਚ ਇਹ ਨਹੀਂ ਹੈ, ਲੋਕ ਖਾਂਦੇ ਉਹਨਾਂ ਨਾਲ ਬੈਠ ਕੇ। ਇੱਥੇ ਬੱਚਿਆਂ ਨੂੰ ਕੋਈ ਭੇਦਭਾਵ ਨਹੀਂ ਹੈ, ਕਿਉਂਕਿ ਉਹਨਾਂ ਨੂੰ ਤਾਂ ਇਹੀ ਪਤਾ ਵੀ ਇਹ ਹਿਊਮਨ ਬੀਇੰਗਸ ਆ। ਕਿਉਂਕਿ ਇਹਨਾਂ ਚੀਜ਼ਾਂ ਨੂੰ ਵੀ ਮੈਂ ਕਹਿੰਦੀ ਆ ਵੀ ਹਟਾਉਣਾ ਚਾਹੀਦਾ। ਪਰ ਜਿਹੜੀ ਔਰਤਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਘਰ ਵਿੱਚ ਜੰਮਣ ਤੇ, ਯਾਨੀ ਕਿ ਹਾਂ ਉਹ ਬੱਚਿਆਂ ਦੇ ਵੀ ਦੇਖੋ ਤੁਸੀਂ, ਆਪਣੇ ਜੇ ਕੁੜੀ ਜੰਮਦੀ, ਚਲੋ ਹੁਣ ਤਾਂ ਬਹੁਤ ਫਰਕਾ ਪੈ ਗਿਆ, ਲੋਕਾਂ ਨੂੰ ਬੜੀਆਂ ਅਕਲਾਂ ਆ ਗਈਆਂ ਆ, ਕਹਿਣਾ ਵੀ ਲੈ 4 ਕੁੜੀਆਂ ਹੋ ਗਈਆਂ ਜਾਂ 5 ਕੁੜੀਆਂ ਹੋ ਗਈਆਂ, ਮੇਰੇ 2 ਕੁੜੀਆਂ ਹੋ ਗਈਆਂ। ਮੈਂ ਕਹਿੰਦੀ ਆ ਉਹਨਾਂ ਦੇ ਨਾਲ ਵੀ ਵਰਤਾਵ ਜਿਹੜਾ ਹੈਗਾ ਉਹ ਗਲਤ ਕਰਦੇ ਰਹੇ ਲੋਕ, ਆਪਣੇ ਢਿੱਡਾਂ 'ਚ ਹੀ ਮਾਰਦੇ ਰਹੇ ਆ ਵੀ ਸਾਨੂੰ ਕੁੜੀ ਨਹੀਂ ਚਾਹੀਦੀ, ਸਾਨੂੰ ਮੁੰਡਾ ਨਹੀਂ ਚਾਹੀਦਾ। ਅੱਜ ਕੱਲ੍ਹ ਕੁੜੀਆਂ ਜਿਹੜੀਆਂ ਹੈਗੀਆਂ ਆ ਉਹ ਮੁੰਡਿਆਂ ਦੇ ਨਾਲ ਕਿਤਨੇ ਦਰਜੇ ਚੰਗੀਆਂ ਆ, ਔਰ ਕਿਤਨੀਆਂ ਪੜ੍ਹ ਲਿਖ ਗਈਆਂ, ਚੰਗੀਆਂ ਪੋਸਟਾਂ ਤੇ ਲੱਗੀਆਂ ਹੋਈਆਂ, ਜਿਹੜੀਆਂ ਕਿ ਮਾਂ ਬਾਪ ਦੀ ਉਹੀ ਸੇਵਾ ਕਰਦੀਆਂ ਆ। ਪਰ ਜੇ ਉਹਨਾਂ ਨੂੰ ਕੁੜੀਆਂ ਨਹੀਂ ਚੰਗੀਆਂ ਨੇ ਤੇ ਮਾਂ ਨੂੰ ਮਾਰ ਦਿਆ ਕਰਨ, ਮਾਂ ਵੀ ਇੱਕ ਕੁੜੀ ਆ। ਉਹੀ ਤਾਂ ਹੈ, ਇਹ ਔਰਤ ਦੀ ਦੁਸ਼ਮਣ ਆ। ਔਰਤ ਹੀ ਔਰਤ ਨੂੰ ਬੁਲਿੰਗ ਕਰਦੀ ਆ। ਗਲਤ ਗੱਲ ਆ, ਜਿਹੜੀਆਂ ਗਲਤ ਗੱਲਾਂ ਉਹ ਗਲਤ ਗੱਲਾਂ ਹੈਗੀਆਂ, ਕਿਉਂਕਿ ਜਿੰਨੀ ਦੇਰ ਤੁਸੀਂ ਬਹੁਤ ਭਲਮਾਨ ਸੀ ਵੀ ਜਾਂ ਬਹੁਤ ਚੰਗੀ ਨਹੀਂ ਹੈ ਕਿਸੇ ਵਾਸਤੇ ਵੀ ਤੁਸੀਂ ਟੇਕ ਕਰੀ ਚਲੋ ਆਪਣੇ ਦਿਮਾਗ ਦੇ ਉੱਤੇ, ਆਪਣੇ ਦਿਮਾਗ ਨੂੰ ਮੈਂਟਲ ਬਣਵਾ ਲਵੋ, ਕਰ ਲਵੋ, ਜਾਂ ਤੁਸੀਂ ਪਾਗਲ ਹੋ ਜਾਵੋ। ਸਟ੍ਰੈਸ ਰਹਿਣਾ ਕਿਸੇ, ਤੁਸੀਂ ਆਪਣੇ ਉੱਪਰ ਜੇ ਤੁਸੀਂ ਜਿੱਥੇ ਤੁਸੀਂ ਜਾਣਾ ਚਾਹੁੰਦੇ ਤੁਸੀਂ ਜਾ ਨਹੀਂ ਸਕਦੇ, ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਸਟ੍ਰੈਸ ਰਹਿੰਦੀ ਆ। ਮੈਨੂੰ ਅੱਜ ਉਹਨੇ ਆਹ ਕਹਿਤਾ, ਮੈਨੂੰ ਉਹਨੇ ਅੱਜ ਆਹ ਕਹਿਤਾ। ਤੁਹਾਨੂੰ ਕਿਸੇ ਦੇ ਨਾਲ ਗੱਲ ਖੋਲ ਕੇ ਕਰਨੀ ਚਾਹੀਦੀ, ਜਿਹੜਾ ਕਿ ਤੁਹਾਨੂੰ ਕੋਈ ਆਈਡੀਆਜ਼ ਦੇਵੇ ਵੀ ਇਸ ਬੁਲਿੰਗ ਦੇ ਵਿੱਚੋਂ ਤੈਨੂੰ ਨਿਕਲਿਆ ਜਾਵੇ। ਬਿਲਕੁਲ ਓਕੇ, ਹੈ ਨਾ। ਇਸ ਕਰਕੇ ਜਿਹੜਾ ਹੈਗਾ ਵੀ ਵੈਰੀ ਨਾਈਸ ਟੌਪਿਕ। ਥੈਂਕ ਯੂ ਜੀ, ਥੈਂਕ ਯੂ, ਕੀਪ ਇਟ ਅਪ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਇਹ ਤੁਸੀਂ ਚਾਂਦ ਜ਼ਹਿਰਾ ਸੁਣੀ ਲੰਡਨ ਤੋਂ, ਤੇ ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਜਿਹੜਾ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹਾਂ, ਤਾਂ ਕਿ ਆਪਾਂ ਇਸ ਸਬਜੈਕਟ ਬਾਰੇ, ਧੱਕੇਸ਼ਾਹੀ ਬਾਰੇ, ਬੁਲਿੰਗ ਬਾਰੇ ਜਿਹੜਾ ਹੈਗਾ ਸੰਵਾਦ ਗੁਰਚਾ ਸਕੀਏ। ਬਹੁਤ ਸਾਰੇ ਜਾਣੀ ਕਿ ਇਸ਼ੂ ਜਿਹੜੇ ਸਾਹਮਣੇ ਆ ਰਹੇ ਹੈਗੇ, ਕਈ ਵਾਰੀ ਅਸੀਂ ਘਰ ਵਿੱਚ ਨਹੀਂ ਦੇਖਦੇ, ਕਿਉਂਕਿ ਜਿਹੜੇ ਬਾਹਰ ਬੰਦੇ ਵੀ ਇਹੋ ਜਿਹਾ ਕੰਮ ਕਰਦੇ ਹੈਗੇ ਆ ਉਹ ਘਰ ਤੋਂ ਸਿੱਖਦੇ ਹੈਗੇ ਆ। ਅਤੇ ਜੇ ਅਸੀਂ ਘਰ ਨੂੰ ਸਵਾਰ ਲਈ, ਮੇਰਾ ਆਪਣਾ ਜਾਣੀ ਕਿ ਯਕੀਨ ਹੈਗਾ, ਜ਼ਰੂਰੀ ਨਹੀਂ ਕਿ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਵੋ, ਅਤੇ ਤੁਸੀਂ ਮੈਂ ਸਮਝਦਾ ਅਸੀਂ ਸਮਾਜ ਨੂੰ ਸੁਧਾਰ ਸਕਦੇ ਹੈਗੇ ਹਾਂ। ਅਤੇ ਘਰ ਵਿੱਚੋਂ ਯਾਨੀ ਕਿਹੜਾ ਹੈਗਾ ਸਾਨੂੰ ਖਿਆਲ ਰੱਖਣਾ ਚਾਹੀਦਾ ਵੀ ਕੀ ਅਸੀਂ ਆਪਣੀਆਂ ਭੈਣਾਂ ਨਾਲ ਜਾਣੀ ਕਿ ਜਾਂ ਸਾਡੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਡਾਕਟਰ ਸਾਹਿਬ ਨਮਸਕਾਰ। ਨਮਸਕਾਰ ਜੀ, ਠੀਕ ਠਾਕ ਹੋ ਜੀ? ਮੈਂ ਠੀਕ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ ਮਾਨ ਸਾਹਿਬ? ਦੇਖੋ ਜੀ, ਇਹ ਜਿਹੜਾ ਨਾ ਧੱਕੇਸ਼ਾਹੀ ਆ, ਹਾਂਜੀ ਹਾਂਜੀ, ਇਹ ਧੱਕੇਸ਼ਾਹੀ ਨੂੰ ਤਾਂ ਨਾ ਜਿਹੜਾ ਸਮਾਜ ਨੂੰ ਆ ਇਹਨੂੰ ਸਿੱਖਿਆ ਦੇਣੀ ਚਾਹੀਦੀ ਆ। ਸਮਾਜ ਨੂੰ ਆਪਣੇ ਆਪ ਚੇਂਜ ਹੋਣਾ ਚਾਹੀਦਾ। ਇਹਨੂੰ ਮਤਲਬ ਬਹੁਤ, ਦੇਖੋ ਭਾਰਤ ਦੇ ਵਿੱਚ ਤਾਂ ਹਰੇਕ ਗੱਲ ਨਾਲ ਧੱਕਾ ਹੁੰਦਾ। ਬਿਲਕੁਲ ਹੁੰਦਾ। ਜੇ ਤੁਸੀਂ ਬੱਸੇ ਵੀ ਚੱਲਣਾ ਤਾਂ ਵੀ ਧੱਕੇ ਦੇ ਨਾਲ ਮੋਹਰੇ ਹੋ ਜਾਣਾ। ਹਾਂਜੀ, ਤੇ ਉੱਥੇ ਤਾਂ ਧੱਕੇ ਨਾਲ ਹੀ ਕੰਮ ਚੱਲਦਾ। ਬੈਂਕ ਚੱਲ ਜਾਓ ਤੇ ਤੁਸੀਂ ਭਾਵੇਂ ਸਾਰੀ ਦਿਹਾੜੀ ਖੜੀ ਜਾਓ,
ਤੁਹਾਡੀ ਵਾਰੀ ਨਹੀਂ ਆਉਣੀ ਹੈਗੀ। ਇਸ ਕਰਕੇ ਇੰਡੀਆ ਵਾਲਿਆਂ ਨੂੰ ਤਾਂ ਧੱਕਾ ਹੀ ਸਿਰਫ ਚਾਹੀਦਾ, ਹੋਰ ਕੁਝ ਨਹੀਂ ਉੱਥੇ ਚਾਹੀਦਾ ਹਾਂਜੀ। ਤੇ ਇਸ ਕਰਕੇ ਭਾਰਤ ਦੇ ਵਿੱਚ ਤਾਂ ਐਜੂਕੇਸ਼ਨ ਜ਼ਰੂਰ ਚਾਹੀਦੀ ਹੈ, ਤੇ ਧੱਕਾ ਨਹੀਂ ਕਿਸੇ ਨਾਲ ਕਰਨਾ ਚਾਹੀਦਾ। ਹਰ ਇੱਕ ਆਦਮੀ ਨੂੰ ਇਹ ਸੋਚਣਾ ਚਾਹੀਦਾ ਆ ਵੀ ਜੇ ਫਰਜ਼ ਕੋਲੋਂ ਮੈਂ ਇਸ ਜਗ੍ਹਾ ਤੇ ਹੋਵਾਂ, ਜਿਸ ਆਦਮੀ ਨੇ ਮੈਂ ਧੱਕਾ ਕਰਦਾ ਤਾਂ ਉਹਦੀ ਫੀਲਿੰਗ ਕੀ ਹੋਏਗੀ। ਇਹ ਮਾਨ ਸਾਹਿਬ ਜਿੱਦਾਂ ਅੱਜ ਮੈਂ ਟੈਲੀਵਿਜ਼ਨ 'ਚ ਵੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਜਾਂ ਇਹਦੇ ਬਾਰੇ ਇੱਥੇ ਮੈਂ ਖੁਦ ਵੀ ਟ੍ਰੇਨਿੰਗ ਦਿੰਦਾ ਰਿਹਾ ਹੈਗਾ, ਫਿਰ ਜਾਣੀ ਕਿ ਜਿਹੜਾ ਹੈਗਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ ਇੱਥੇ ਇਹਦੇ ਬਾਰੇ ਗੱਲ ਕੀਤੀ ਜਾਂਦੀ ਆ। ਸਾਡੇ ਉੱਥੇ ਮੁਲਕ ਵਿੱਚ ਕਦੀ ਘਰ ਵਿੱਚ ਵੀ ਨਹੀਂ ਕਦੀ ਗੱਲ ਕੀਤੀ, ਤੇ ਕਦੀ ਜਾਣੀ ਕਿ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ ਨਹੀਂ ਗੱਲ ਕਦੀ ਕੀਤੀ। ਨਹੀਂ ਜੀ, ਉਹ ਦੇਖੋ ਸੁਣਦਾ ਹੀ ਕੋਈ ਨਹੀਂ ਹੈ। ਤੇ ਸਕੂਲਾਂ ਕਾਲਜਾਂ 'ਚ ਤਾਂ ਉਹਨਾਂ ਨੂੰ ਆਪ ਟੀਚਰਾਂ ਨੂੰ ਨਹੀਂ ਉੱਥੇ ਸਮਝ ਆਉਂਦੀ, ਉਹ ਟੀਚਰ ਤਾਂ ਆਪ ਡਿਸਕ੍ਰਿਮੀਨੇਸ਼ਨ ਕਰਦੇ ਆ, ਉਹ ਆਪ ਧੱਕੇਸ਼ਾਹੀ ਕਰਦੇ ਆ, ਤੇ ਉਹਨਾਂ ਨੇ ਬੱਚਿਆਂ ਨੂੰ ਕੀ ਸਿਖਾਉਣਾ ਹੈਗਾ ਆ। ਤੁਸੀਂ ਇਸ ਕੰਟਰੀ ਵਿੱਚ ਤੁਸੀਂ ਇਹ ਦੇਖ ਲਓ ਕਿ ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਇੰਡੀਆ 'ਚ ਹੋ ਰਿਹਾ, ਇੱਥੇ ਵੀ ਹੋ ਰਿਹਾ। ਅਸੀਂ ਉਹਦੇ ਬਾਰੇ ਕਿਦਾਂ ਨਾ ਜਦੋਜਹਿਦ ਕਰਕੇ ਕਾਨੂੰਨ ਪਾਸ ਕਰਾਇਆ, ਲੇਕਿਨ ਇੱਥੇ ਦੀਆਂ ਜਿਹੜੀਆਂ ਕੌਂਸਲਾਂ ਹੈਗੀਆਂ, ਹਿੰਦੂ ਕੌਂਸਲ ਆ, ਸਿੱਖ ਕੌਂਸਲ ਆ, ਹੋਰ ਜਿੰਨੀਆਂ ਵੀ ਹੈਗੀਆਂ, ਇਹਨਾਂ ਨੇ ਧੱਕੇ ਦੇ ਨਾਲ ਗੌਰਮੈਂਟ ਤੇ ਪ੍ਰੈਸ਼ਰ ਪਾਇਆ ਕਿ ਇਹ ਜਿਹੜਾ ਕਾਨੂੰਨ ਹੈ ਇੰਪਲੀਮੈਂਟ ਨਹੀਂ ਹੋਣ ਦੇਣਾ। ਦੇਖੋ ਜੀ, ਇਨਸਾਨੀਅਤ ਜਿਹੜੀ ਹੈ ਨਾ, ਉਹ ਇਨਸਾਨ ਜਦੋਂ ਹਰੇਕ ਇਨਸਾਨ ਇੱਕ ਦੂਜੇ ਬਰਾਬਰ ਆ, ਅਗਰ ਤੁਸੀਂ ਉਹੋ ਹੀ ਕਾਨੂੰਨ ਨਹੀਂ ਪਾਸ ਹੋਣ ਦਿੰਦੇ ਤਾਂ ਹੋਰ ਧੱਕੇਸ਼ਾਹੀ ਕਿੱਥੇ ਹੋਣੀ। ਬਿਲਕੁਲ, ਇਹਨਾਂ ਉਹ ਕਿੰਨੀ ਵੱਡੀ ਧੱਕੇਸ਼ਾਹੀ ਹੋ ਸਕਦੀ ਹੈ। ਹਰੇਕ ਇਨਸਾਨ ਨੂੰ ਚਾਹੀਦਾ ਕਿ ਹਰੇਕ ਇਨਸਾਨ ਨੂੰ ਆਪਣੇ ਬਰਾਬਰ ਦਾ ਸਮਝੋ, ਈਵਨ ਬੱਚਿਆਂ ਦੇ ਨਾਲ ਵੀ ਉਹੋ ਜਿਹਾ ਧੱਕਾ ਨਹੀਂ ਕਰਨਾ ਚਾਹੀਦਾ। ਤੇ ਇਸ ਕਰਕੇ ਜਿਹੜਾ ਸਾਡਾ ਸਮਾਜ ਹੈ ਨਾ, ਇਹਨੂੰ ਬਹੁਤ ਸਿੱਖਿਆ ਦੇਣ ਦੀ ਜ਼ਰੂਰਤ ਹੈ। ਇਹਦੇ ਵਿੱਚ ਘਰ ਤੋਂ ਲੈ ਕੇ ਸਕੂਲਾਂ ਕਾਲਜਾਂ ਤੱਕ, ਗੌਰਮੈਂਟ ਤੱਕ ਵੀ ਇਹਨੂੰ ਕਿਤੇ ਨਾ ਖਤਮ ਕਰਨਾ ਚਾਹੀਦਾ। ਪਰ ਇਹ ਮਾਨ ਸਾਹਿਬ ਜਾਨੀ ਕਿ ਉੱਦਾਂ ਆਪਣੇ ਆਪ ਨੂੰ ਬੜਾ ਕਹਿੰਦੇ ਆ, ਅਸੀਂ ਤਾਂ ਬੜੇ ਧਾਰਮਿਕ ਆ, ਸਾਡੇ ਧਰਮ ਗ੍ਰੰਥ ਵਿੱਚ ਆਹ ਲਿਖਿਆ, ਸਾਡੇ ਗੁਰੂ ਨੇ ਆਹ ਕਿਹਾ ਹੈਗਾ, ਪਰ ਪ੍ਰੈਕਟਿਸ ਦੇ ਵਿੱਚ ਉਹ ਕੋਈ ਵਰਤਾਵ ਇਹਨਾਂ ਦਾ ਚੇਂਜ ਨਹੀਂ ਹੋ ਰਿਹਾ। ਦੇਖੋ ਜੀ, ਉਹ ਨਹੀਂ ਹੋ ਸਕਦਾ। ਕਹਿੰਦੇ ਹੁੰਦੇ ਪੰਡਤ ਔਰ ਮਿਸਾਲ ਜੀ, ਤੇ ਔਰਨ ਕੋ ਕਰ ਚਾਨਣਾ ਆਪ ਅੰਧੇਰੇ ਮਾਹੀ। ਤੇ ਇਸ ਕਰਕੇ ਜਿਹੜੇ ਨਾ ਉਹ ਲੋਕਾਂ ਨੂੰ ਆ ਸਿੱਖਿਆ ਦੇਣ ਵਾਲੀ, ਉਹਨਾਂ ਦੇ ਆਪਣੇ ਤੇ ਜੋ ਇੰਪਲੀਮੈਂਟ ਨਹੀਂ ਹੁੰਦੀ ਇਹ ਚੀਜ਼। ਤੇ ਇਹ ਜਿਹੜੀ ਚੀਜ਼ ਹੈ ਨਾ, ਗੌਰਮੈਂਟ ਨੂੰ ਵੀ ਇਸ ਵੇਲੇ ਦੇਖੋ ਧੱਕਾ ਕਿੰਨਾ ਹੋ ਰਿਹਾ ਉੱਥੇ ਕਿਸਾਨਾਂ ਦੇ ਨਾਲ। ਉਹ ਜਿਹੜੇ ਰੋਡ ਆ ਨਾ, ਰੋਡਾਂ ਦੇ ਉੱਤੇ ਵੀ ਕਿਤੇ ਨਾ ਬੈਰੀਅਰ ਲਾਏ ਆ, ਉਹ ਲੋਕਾਂ ਨੂੰ ਸਾਰਾ ਕੁਝ ਬੰਦ ਕਰ ਦਿੱਤਾ, ਪਾਣੀ ਵੀ ਬੰਦ ਕਰ ਦਿੱਤਾ, ਬਿਜਲੀ ਵੀ ਬੰਦ ਕਰ ਦਿੱਤੀ। ਇਹਦੇ ਨਾਲ ਹੋਰ ਧੱਕਾ ਕਿੱਦਾਂ ਹੋ ਸਕਦਾ? ਜਿਹੜਾ ਆਦਮੀ ਆਪਣੇ ਹੱਕਾਂ ਲਈ ਜਿਹੜੀ ਲੜਾਈ ਲੜ ਸਕਦਾ, ਉਹਦੇ ਹੱਕਾਂ ਦੀ ਜਿਹੜੀ ਲੜਾਈ ਆ ਉਹ ਤੁਸੀਂ ਨਹੀਂ ਸੁਣ ਸਕਦੇ, ਹੋਰ ਕਿੱਦਾਂ ਧੱਕਾ ਹੋ ਸਕਦਾ? ਅੱਛਾ ਮਾਨ ਸਾਹਿਬ, ਇਹਨੂੰ ਆਪਾਂ ਘਰ ਤੋਂ ਜੇ ਸ਼ੁਰੂ ਕਰੀਏ ਤੇ ਘਰ ਵਿੱਚ ਆਪਣੇ ਬੱਚਿਆਂ ਨੂੰ ਕਿੱਦਾਂ ਪ੍ਰਿਪੇਅਰ ਕਰੀਏ ਇਹਦੇ ਬਾਰੇ? ਦੇਖੋ ਜੀ, ਬੱਚਿਆਂ ਨੂੰ ਘਰ ਵਿੱਚ ਇਹੀ ਚਾਹੀਦਾ ਹੈਗਾ ਕਿ ਕੋਈ ਬੱਚਿਆਂ ਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਹੋ ਜਾਂਦਾ। ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਕਿ ਤੁਸੀਂ ਦੂਸਰੇ ਆਦਮੀ ਦੇ ਨਾਲ, ਕਿਸੇ ਦੇ ਨਾਲ ਧੱਕਾ ਨਹੀਂ ਕਰਨਾ। ਹਾਂਜੀ, ਜਿਹੜਾ ਧੱਕਾ ਆ ਨਾ, ਉਹ ਹਰੇਕ ਇਨਸਾਨ ਦੇ ਲਈ ਮਾੜਾ ਹੁੰਦਾ ਆ, ਕਿਉਂਕਿ ਫੋਰਸਫੁਲੀ ਕਿਸੇ ਤੋਂ ਕੰਮ ਕਰਾਉਣਾ, ਫੋਰਸਫੁਲੀ ਕਿਸੇ ਨੂੰ ਗਾਲਾਂ ਕੱਢਣੀਆਂ ਜਾਂ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਕਰਨਾ, ਉਹ ਸਾਰਿਆਂ ਨਾਲੋਂ ਬੈਡ ਆ। ਹਰੇਕ ਆਦਮੀ ਨੂੰ ਚਾਹੀਦਾ ਕਿ ਮੈਂ ਆਪਣੇ ਆਪ ਨੂੰ ਪਹਿਲਾਂ ਠੀਕ ਕਰਾਂ, ਦੂਸਰੇ ਆਦਮੀ ਨੂੰ ਨਸੀਹਤ ਬਾਅਦ ਚ ਦੇਵਾਂ। ਥੈਂਕ ਯੂ ਜੀ, ਥੈਂਕ ਯੂ ਮਾਨ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਪ੍ਰੇਮ ਮਾਨ ਹੋਣੀ ਲੰਡਨ ਤੋਂ। ਅਗੇਨ ਮੇਰੇ ਇਹ ਰੈਗੂਲਰ ਕਾਲਰ ਹੈਗੇ ਆ, ਜਿਸ ਤਰ੍ਹਾਂ ਚਾਂਦ ਹੁਣ ਵੀ ਮੇਰੇ ਸਾਡੇ ਰੈਗੂਲਰ ਕਾਲਰ ਹੈ। ਕਈ ਵਾਰੀ ਜਿਹੜਾ ਹੈਗਾ ਤੁਹਾਨੂੰ ਟੈਲੀਫੋਨ ਲਾਈਨਸ ਨਹੀਂ ਮਿਲਦੀਆਂ ਹੈਗੀਆਂ। ਬਹੁਤ ਸਾਰੇ ਮੇਰੇ ਦੋਸਤ ਮਿੱਤਰ ਮੈਨੂੰ ਅਕਸਰ ਕਹਿੰਦੇ ਨੇ ਵੀ ਅਸੀਂ 15 ਵਾਰੀ ਟੈਲੀਫੋਨ ਘੁਮਾਇਆ, 25 ਵਾਰੀ ਟੈਲੀਫੋਨ ਘੁਮਾਇਆ, ਯਾਨੀ ਕਿ ਟੈਲੀਫੋਨ ਕਾਲਸ ਯਾਨੀ ਕਿ ਨਹੀਂ ਮਿਲਦੀਆਂ ਹੈਗੀਆਂ। ਮੈਂ ਮੰਨਦਾ, ਪਰ ਫਿਰ ਵੀ ਤੁਸੀਂ ਟਰਾਈ ਕਰਦੇ ਰਹੋ, ਤੁਹਾਨੂੰ ਯਾਨੀ ਕਿ ਸ਼ਾਇਦ ਲਾਈਨ ਮਿਲ ਹੀ ਜਾਵੇ। ਸਰ ਤੋਂ ਅਜੇ ਵੀ ਜਿਹੜੇ ਹੈਗੇ ਆ ਤਕਰੀਬਨ ਪੌਣੇ 9 ਮਿੰਟ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ। ਹਾਂ ਜੀ, ਬਲਬੀਰ ਰਾਜ ਬੋਲਦੇ ਜੀ। ਬਲਬੀਰ ਜੀ, ਕੀ ਕਹਿਣਾ ਚਾਹੋਗੇ? ਕਹਿਣਾ ਪਹਿਲਾਂ ਤਾਂ ਮੈਂ ਤੁਹਾਨੂੰ ਸ਼ਾਬਾਸ਼ ਦੇਣੀ। ਥੈਂਕ ਯੂ ਜੀ, ਆ ਜਾਓ ਇੱਥੇ ਆਣ ਕੇ ਮੈਨੂੰ ਦੇ ਜਾਓ। ਹਾਂਜੀ, ਥੈਂਕ ਯੂ। ਹਾਂਜੀ ਹਾਂਜੀ, ਸ਼ਾਬਾਸ਼ ਇਸ ਗੱਲ ਦੀ ਵੀ ਜਿਹੜਾ ਐਡਾ ਵੱਡਾ ਨਾ ਜਿਹੜਾ ਤੁਸੀਂ ਇਹ ਮਤਲਬ ਇਹਦੇ ਬਾਰੇ ਖੋਜ ਕੀਤੀ ਆ ਪਹਿਲਾਂ। ਹਾਂਜੀ ਹਾਂਜੀ, ਵੀ ਮੈਂ ਇਹ ਕਰਨੀ ਕੀ ਔਰ ਇਹਦੇ ਬਾਰੇ ਲਿਖਾਂ ਕੀ ਕਰਨਾ, ਉਹ ਬਹੁਤ ਵੱਡੀ ਗੱਲ ਹੈਗੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਨਹੀਂ ਤਾਂ ਸਿਰਫ ਨਾਂ ਜਿਹਾ ਦੱਸ ਕੇ ਅਸੀਂ ਬਹਿ ਜਾਂਦੇ ਹਾਂ ਵੀ ਬਸ ਇਹ ਤੇ ਗੱਲ ਕਰੋ। ਤੇ ਜਿਹੜਾ ਇਹ ਭੂਮਿਕਾ ਜਿਹੜੀ ਪਿੱਛੇ ਗੱਲਬਾਤ ਕਰਕੇ ਸਾਨੂੰ ਦੱਸਦੇ, ਇਹ ਅਸਲ ਵਿੱਚ ਚਾਨਣਾ ਪਾਉਂਦਾ। ਇਹ ਬਲਬੀਰ ਜੀ, ਜਿਹੜੇ ਜਿੰਨੇ ਵੀ ਮੈਂ ਲੇਖ ਲਿਖਦਾ ਹੈਗਾ, ਉਹ ਐਵੇਂ ਯਾਨੀ ਕਿ ਚੁੱਪ ਕਰਕੇ ਬੈਠ ਕੇ ਦੇਖਦਾ, ਉਹਦੇ ਬਾਰੇ ਕਾਫੀ ਮੈਨੂੰ ਕੁਛ ਪੜ੍ਹਨਾ ਪੈਂਦਾ ਹੈਗਾ, ਸੋਚਣਾ ਪੈਂਦਾ, ਤੇ ਫਿਰ ਮੈਂ ਯਾਨੀ ਕਿਹੜਾ ਹੈਗਾ ਇਹਨਾਂ ਨੂੰ ਲਿਖਦਾ। ਐਨੀਵੇ, ਥੈਂਕ ਯੂ, ਕੈਰੀ ਔਨ। ਹਾਂਜੀ ਹਾਂਜੀ, ਗੱਲ ਧੱਕੇਸ਼ਾਹੀ ਦੀ ਚੱਲਦੀ ਆ, ਲੋਕਾਂ ਨੂੰ ਬੁਲੀ ਕਰਨ ਦੀ ਚੱਲਦੀ ਆ। ਗੱਲਾਂ ਤਾਂ ਹੁਣ ਬਹੁਤ ਸਾਰੀਆਂ ਹੋ ਗਈਆਂ, ਬਹੁਤ ਸਾਰੇ ਅੱਛੇ ਕਾਲਰ ਆ ਕੇ ਆ ਗਏ ਔਰ ਗੱਲਾਂ ਬਹੁਤ ਜਾਣੀਆਂ ਕੀਤੀਆਂ ਉਹਨਾਂ ਨੇ। ਤੇ ਮੈਂ ਕਹਿੰਦਾ ਵੀ ਇਹਦੇ ਵਿੱਚ ਹੋਰ ਵੀ ਥੋੜਾ ਜਿਹਾ ਹੈਗਾ ਵੀ ਕਿੰਨਾ ਕੁਛ ਹੈਗਾ ਵੀ ਜਿੱਦਾਂ ਇੱਕ ਦੂਜੇ ਨੂੰ ਡਰਾਉਂਦੇ ਹਾਂ ਅਸੀਂ,
ਜਾਂ ਤੰਗ ਕਰਦੇ ਜਾਂ ਧਮਕੀਆਂ ਦਿੰਦੇ, ਇਹ ਸਾਰਾ ਇੱਕ ਧੱਕੇਸ਼ਾਹੀ ਜਾਂ ਬੁਲਿੰਗ ਦਾ ਹਿੱਸਾ ਹੈਗਾ। ਬਿਲਕੁਲ ਬਿਲਕੁਲ। ਅੱਜ ਕੱਲ ਆਨਲਾਈਨ ਜਾਂ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੀ ਧੱਕੇਬਾਜ਼ੀ, ਉਹਨੂੰ ਸਾਈਬਰ ਬੁਲਿੰਗ ਕਹਿੰਦੇ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ। ਯੈਸ। ਹਾਂਜੀ। ਤੇ ਦੂਜਾ ਗੱਲ ਹੈਗੀ ਹੈ ਨਾ ਝੂਠੀਆਂ ਗੱਪਾਂ ਕਹਾਣੀਆਂ ਬਣਾ ਕੇ ਕਿਸੇ ਨੂੰ ਬੁਲੀ ਕਰਨਾ। ਯੈਸ ਯੈਸ ਯੈਸ। ਜਾਂ ਉਹਦੀ ਬੇਇੱਜ਼ਤੀ ਕਰਨੀ ਆ ਗਲਤ ਫਹਿਮੀਆਂ ਬਣਾ ਕੇ, ਜਿਹੜਾ ਕੰਮ ਕਿਸੇ ਨੇ ਕੀਤਾ ਵੀ ਨਾ ਹੋਵੇ ਉਹਦੀ ਕੋਈ ਇਦਾਂ ਦੀ ਗੱਲਬਾਤ ਕਰਕੇ ਉਹਨੂੰ ਲੈਟ ਡਾਊਨ ਕਰਨਾ। ਉਹ ਤਾਂ ਇਲਜ਼ਾਮ ਕਿਸੇ ਤੇ ਲਾਉਣਾ, ਖਾਸ ਕਰਕੇ ਔਰਤਾਂ ਤੇ ਜੀ ਇਹਦੇ ਕਿਸੇ ਨਾਲ ਸੰਬੰਧ ਹੈਗੇ, ਉਹ ਹੈਗੇ ਆ, ਇਹ ਤਾਂ ਟੋਟਲ ਕਰੈਕਟਰ ਅਸੈਸੀਨੇਸ਼ਨ ਹੈ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ। ਸੋ ਇਦਾਂ ਦੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਹੈਗੀਆਂ, ਔਰ ਕਿਸੇ ਦੇ ਸਰੀਰ ਨੂੰ ਵੀ ਤੁਸੀਂ ਬਿਨਾਂ ਕਿਸੇ ਦੇ ਇਜਾਜ਼ਤ ਤੋਂ ਬਿਨਾਂ ਛੂਹਣਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਇਹ ਵੀ ਇੱਕ ਬਹੁਤ ਵੱਡੀ ਧੱਕੇਸ਼ਾਹੀ ਹੈਗੀ ਹੈ ਕਿ ਕੋਈ ਚਾਹੁੰਦਾ ਨਹੀਂ ਹੈ ਪਰ ਤੁਸੀਂ ਕਰ ਰਹੇ ਹੋ ਕੰਮ। ਅਸੀਂ ਤਾਂ ਆਪਣੇ ਬਲਵੀਰ ਜੀ ਰੰਗ ਦੇ ਆਧਾਰ ਤੇ ਵੀ ਅਸੀਂ ਕਰਤੂਤਾਂ ਕਰਦੇ ਹਾਂ। ਤੇਰਾ ਰੰਗ ਕਾਲਾ ਹੈਗਾ, ਉਹਦਾ ਚਿੱਟਾ ਹੈ ਜੀ, ਜਾਂ ਉਹ ਕੱਦ ਛੋਟਾ ਹੈਗਾ, ਯਾਨੀ ਕਿ ਸਾਡਾ ਸਮਾਜ ਤਾਂ ਨੱਕੋ ਨੱਕ ਭਰਿਆ ਹੈ। ਇਹ ਤਾਂ ਅਸੀਂ ਸਮਾਜ ਉਸ ਵਿੱਚ ਪੈਦਾ ਹੋਏ ਹਾਂ ਕਿ ਉੱਥੇ ਬਹੁਤ ਛੋਟੀ ਛੋਟੀਆਂ ਗੱਲਾਂ ਤੇ ਵੀ ਬਹੁਤ ਬੜੇ ਬੜੇ ਪੁਆੜੇ ਹੈਗੇ ਆ, ਤੇ ਸੋਚ ਉਹ ਬਦਲੀ ਨਹੀਂ ਅਜੇ ਤੱਕ ਹੈਗੀ। ਔਰ ਸਾਰਿਆਂ ਨੇ ਕਾਫੀ ਚਾਨਣਾ ਪਾਇਆ। ਮੈਂ ਇੱਥੇ ਗੱਲ ਕਰਦਾ, ਇੱਥੇ 12-14 ਸਾਲ ਦੀ ਗੱਲ ਹੈਗੀ ਆ, 12 ਸਾਲਾਂ ਦੀ ਗੱਲ ਹੈਗੀ ਆ। ਹਾਂਜੀ। ਇਹ ਲੜਕਾ ਵੀ 12 ਸਾਲਾਂ ਦਾ ਸੀ, 13 ਸਾਲਾਂ ਦਾ, ਗੋਰਿਆਂ ਦਾ ਲੜਕਾ ਸੀ। ਉਹਨੂੰ ਇੱਕ ਗਰੁੱਪ ਨੇ ਬੁਲੀ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ। ਪਰ ਉਹਨੇ ਘਰ ਨਹੀਂ ਦੱਸਿਆ, ਡਰਦਾ ਰਿਹਾ ਵਿਚਾਰਾ, ਜਾਂ ਜਿੱਦਾਂ ਵੀ ਉਹਨਾਂ ਹੋਈ, ਉਹ ਆਖਰਕਾਰ ਉਹਨੇ ਸੁਸਾਈਡ ਕਰ ਲਿਆ। ਇਦਾਂ ਹੀ ਹੈ ਜੀ, ਮੈਂ ਜਾਣਦਾ ਬਹੁਤ ਸਾਰੇ ਕੇਸਿਸ ਹੋਏ ਇੱਥੇ, ਪਿਛਲੇ ਸਾਲ ਵੀ ਹੋਏ ਹੈ। ਉਹ ਜਿਹੜਾ ਲੜਕਾ ਸੀ ਨਾ ਉਸ ਵੇਲੇ, ਹੁਣ ਤਾਂ ਸਾਡੇ ਵੀ ਬੱਚੇ ਵੱਡੇ ਹੋ ਗਏ ਆ, ਉਹ ਮੇਰੇ ਬੱਚਿਆਂ ਦੇ ਨਾਲ ਹੀ ਪੜ੍ਹਦਾ ਸੀ। ਔਰ ਉਹ ਮੈਂ ਦੇਖਿਆ, ਉਹਦੇ ਜਿਹੜੇ ਮਾਤਾ ਪਿਤਾ ਸੀ ਨਾ ਸਭ ਤੋਂ ਕਿੰਨੇ ਹੀ ਛੋਟੇ ਸੀ ਉਹ। ਹਾਂਜੀ ਹਾਂਜੀ। ਉਹ ਇੰਨੀ ਛੇਤੀ ਬੁੱਢੇ ਹੋ ਗਿਆ ਡਾਕਟਰ ਸਾਹਿਬ। ਇਦਾਂ ਹੀ ਹੈ। ਉਹਨਾਂ ਉੱਤੇ ਇੰਨਾ ਉਸ ਗੱਲ ਦਾ ਅਸਰ ਪਿਆ ਕਿ ਛੋਟਾ ਜਿਹਾ ਬੱਚਾ ਉਹ ਸੁਸਾਈਡ ਕਰ ਲਿਆ ਉਹਨਾਂ ਦੇ ਸਾਹਮਣੇ ਹੀ, ਉਹਨੇ ਘਰ ਦੇ ਅੰਦਰ। ਔਰ ਸਾਨੂੰ ਵੀ ਉਹਦਾ ਬਹੁਤ ਦੁੱਖ ਲੱਗਾ। ਇਹ ਤਾਂ ਬਲਵੀਰ ਜੀ ਬੱਚੇ ਯਾਨੀ ਕਿ ਮਾਂ-ਬਾਪ ਦੇ ਸਾਹਮਣੇ ਉਹਨਾਂ ਦਾ ਵਿਛੜ ਜਾਣਾ, ਯਾਨੀ ਕਿ ਉਹਨਾਂ ਦਾ ਯਾਨੀ ਕਿ ਸਦਾ ਲਈ ਵਿਛੜ ਜਾਣਾ, ਇਹ ਤਾਂ ਬਹੁਤ ਵੱਡਾ ਦੁੱਖ ਹੈਗਾ, ਬਹੁਤ ਵੱਡਾ ਦੁੱਖ ਹੈ। ਕਈ ਬੱਚੇ ਡਾਕਟਰ ਸਾਹਿਬ ਭੋਲੇ ਭਾਲੇ ਜਿਹਾ ਹੁੰਦੇ, ਬਹੁਤਾ ਉਹ ਬੋਲਦੇ ਨਹੀਂ ਹੈਗੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਉਹ ਭਾਵੇਂ ਹੁਸ਼ਿਆਰ ਵੀ ਹੋਣਗੇ, ਪਰ ਕਈ ਵਾਰੀ ਉਹਨਾਂ ਦੀ ਉਹ ਜਿਹੜੀ ਭਲਮਾਨਸੀ ਦਾ ਨਾ ਫਾਇਦਾ ਉਠਾ ਕੇ ਜਿਹੜੇ ਹੋਰ ਬੱਚੇ ਆ ਨਾ ਤੰਗ ਕਰਨ ਲੱਗ ਪੈਂਦੇ। ਬਿਲਕੁਲ ਬਿਲਕੁਲ। ਕਈ ਤਾਂ ਉਹਨਾਂ ਤੋਂ ਪੈਸੇ ਪੂਸੇ ਵੀ ਕਹਿੰਦੇ, ਪੈਸੇ ਲੈ ਕੇ ਆਇਆ ਕਰ ਤੂੰ। ਬਹੁਤ ਗੱਲਾਂ ਚੱਲਦੀਆਂ। ਹਾਂਜੀ ਹਾਂਜੀ ਹਾਂਜੀ। ਹੋਰ ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਜਿਹੜੀਆਂ ਭਾਰਤ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ। ਅਸੀਂ ਉੱਥੋਂ ਆਏ ਹਾਂ ਤਾਂ ਅਸੀਂ ਵੀ ਉੱਥੇ ਬਹੁਤ ਕੁਝ ਦੇਖਿਆ, ਔਰ ਅੱਜ ਵੀ ਦੇਖ ਰਹੇ ਹੈਗੇ। ਔਰ ਬੜੀਆਂ ਵੀਡੀਓ ਆ ਰਹੀਆਂ। ਮੈਂ ਪਿੱਛੇ ਜਿਹੇ ਇੱਕ ਵੀਡੀਓ ਦੇਖੀ ਸੀਗੀ, ਉਹਦੀਆਂ ਕਈ ਵੀਡੀਓ ਆਈਆਂ ਬਾਅਦ ਵਿੱਚ, ਬਈ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕੰਮ ਆ ਉਹਨਾਂ ਨਾਲ ਧੱਕੇਸ਼ਾਹੀ ਹੋ ਰਹੀ ਸੀ। ਬਿਲਕੁਲ ਬਿਲਕੁਲ ਹੁੰਦੀ ਹੈ। ਅੱਜ ਕੱਲ੍ਹ ਆਪਾਂ ਭਈਆਂ ਨਾਲ ਵੀ ਕਰਦੇ ਹਾਂ, ਪਹਿਲਾਂ ਆਪਾਂ ਦਲਿਤ ਕਮੇਟੀ ਨਾਲ ਬਹੁਤ ਕਰਦੇ ਰਹੇ ਹੈਗੇ। ਯੈਸ, ਬਹੁਤ ਹੁੰਦੀ ਆ। ਹਾਂਜੀ, ਅੱਜ ਵੀ ਹੁੰਦੀ ਹੈ। ਬਿਲਕੁਲ ਹੁੰਦੀ ਹੈ। ਉਹ ਬਹੁਤ ਸਾਰੀਆਂ ਗੱਲਾਂ ਕੱਢੀਆਂ ਜਾ ਸਕਦੀਆਂ ਆ। ਹਾਂਜੀ ਹਾਂਜੀ ਹਾਂਜੀ। ਮੈਂ ਦੇਖਿਆ ਸੀਗਾ ਵੀ ਕੁਛ ਲੋਕ ਨਾ ਉੱਠ ਕੇ ਇਹ ਗੱਲ ਕਹਿ ਰਹੇ ਸੀ ਵੀ ਜਾਣੀ ਅਸੀਂ ਇੰਨੇ ਪੈਸੇ ਦੇਣੇ ਆ ਗਰੀਬ ਲੋਕਾਂ ਨੂੰ ਕੰਮ ਕਰਨ ਦੇ ਆਪਣੇ ਖੇਤਾਂ ਵਿੱਚ, ਇਸ ਤੋਂ ਵੱਧ ਨਹੀਂ ਦੇਣੇ, ਜੇ ਦੇਣੇ ਆ ਤਾਂ, ਜੇ ਨਹੀਂ ਤਾਂ ਅਸੀਂ ਬਾਈਕਾਟ ਕਰ ਦੇਣਾ ਉਹਨਾਂ ਨੂੰ। ਬਿਲਕੁਲ ਬਿਲਕੁਲ ਬਿਲਕੁਲ। ਇਸ ਤੋਂ ਵੱਡਾ ਧੱਕਾ ਹੋਰ ਕੀ ਹੋ ਸਕਦਾ ਵੀ ਜੇ ਤੁਸੀਂ ਵੱਧ ਮਨਜ਼ੂਰੀ ਮੰਗੀ ਤਾਂ ਤੁਹਾਨੂੰ ਅਸੀਂ ਪਿੰਡ ਵਿੱਚ ਵੜਨ ਨਹੀਂ ਦੇਣਾ। ਇਹ ਪੰਚਾਇਤਾਂ ਨੇ ਫੈਸਲੇ ਕੀਤੇ ਤਾਂ। ਹਾਂਜੀ, ਪੰਚਾਇਤ ਦਾ ਹੀ ਉਹ ਕਾਫੀ ਲੋਕ ਖੜੇ ਸੀ ਉਹ, ਤੇ ਉਹ ਜਾਣੀ ਇਹ ਗੱਲ ਕਰ ਰਹੇ ਸੀ ਵੀ ਜੇ ਤੁਸੀਂ ਨਹੀਂ ਕੰਮ ਕਰਨਾ ਤਾਂ ਇੱਥੇ ਨਹੀਂ ਕੰਮ ਕਰਨਾ ਤਾਂ ਤੁਹਾਨੂੰ ਅਸੀਂ ਹੋਰ ਕਿਤੇ ਵੀ ਨਹੀਂ ਕਰਨ ਦੇਣਾ। ਇਦਾਂ ਹੀ ਹੈ, ਇਦਾਂ। ਇਦੋਂ ਵੱਡਾ ਧੱਕਾ ਦੱਸੋ ਹੋਰ ਕੀ ਹੋ ਸਕਦਾ ਵੀ ਤੁਹਾਡਾ ਅਸੀਂ ਜ਼ੋਰ ਨਾਲ ਖੂਨ ਪੀਣਾ। ਤੇ ਜਦੋਂ ਬਲਵੀਰ ਜੀ, ਜਦੋਂ ਉਹਨਾਂ ਨਾਲ ਕਿਸ ਤਰ੍ਹਾਂ ਧੱਕਾ ਹੁੰਦਾ ਤੇ ਫੇਰ ਕਹਿੰਦੇ ਲੈ ਸਾਡਾ ਧੱਕਾ ਹੁੰਦਾ। ਨਹੀਂ, ਅਸੀਂ ਕਹਿੰਦੇ ਕੰਮ ਵੀ ਤੁਸੀਂ ਸਾਡੇ ਕਰਨਾ, ਪੈਸੇ ਵੀ ਥੋੜੇ ਦੇਣੇ, ਤੁਹਾਨੂੰ ਹੋਰ ਕਿਤੇ ਵੀ ਨਹੀਂ ਕਰਨ ਦੇਣਾ। ਇਦਾਂ ਹੀ ਹੈ, ਇਦਾਂ ਹੀ। ਯਾਨੀ ਜਿਹੜਾ ਗਰੀਬ ਬੰਦਾ ਜਿਹਦੇ ਕੋਲ ਆਪਣੀ ਧਰਤੀ ਨਹੀਂ ਹੈਗੀ, ਜ਼ਮੀਨ ਨਹੀਂ ਹੈਗੀ, ਉਹਦੇ ਕੋਲ ਹੋਰ ਵੀ ਪੈਸਾ ਲਿਆਉਣ ਲਈ ਕਿਤੇ ਕੋਈ ਹੈ ਨਹੀਂ, ਉਹ ਜਾਵੇ ਤਾਂ ਕਿੱਥੇ ਜਾਵੇ। ਬਿਲਕੁਲ 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 ਬਿਲਕੁਲ। ਕਿਉਂਕਿ ਸਾਰਾ ਕੁਝ ਤਾਂ ਤੁਹਾਡੇ ਕੋਲ ਆ, ਉਹਦੇ ਕੋਲ ਤਾਂ ਹੱਥ ਵੱਡੇ ਵਿਚਾਰੇ ਦੇ ਕੋਲ ਹੈ ਨਹੀਂ। ਇਦੋਂ ਵੱਡਾ ਧੱਕਾ ਹੋਰ ਕੀ ਹੋ ਸਕਦਾ। ਤੇ ਪਿੰਡ ਉਹ ਸ਼ਹਿਰਾਂ ਤੋਂ ਪਿੰਡ ਵੀ ਦੂਰ ਹੈਗੇ ਆ, ਉੱਥੇ ਕੋਈ ਏਦਾਂ ਵੀ ਨਹੀਂ ਵੀ ਫੈਕਟਰੀ 'ਚ ਕਿਤੇ ਚੱਲ ਜਾਊਗਾ। 25 30 ਮੀਲ ਦੂਰ ਕਿਤੇ ਸ਼ਹਿਰ ਹੁੰਦੇ ਆ। ਬਿਲਕੁਲ। ਸਾਰੀ ਦਿਹਾੜੀ ਤੋਂ ਆਉਣ ਜਾਣ 'ਚ ਲੱਗ ਜਾਂਦੀ ਹੈ। ਸੋ ਅਸੀਂ ਉਹਦਾ ਜਾਣੀ ਰੱਜ ਕੇ ਖੂਨ ਪੀਂਦੇ ਆ। ਔਰ ਉਸ ਬੰਦੇ ਦਾ ਕਦੀ ਤੁਸੀਂ ਦੇਖ ਲਿਓ ਵੀ ਕਦੀ 4 ਖੰਡ ਨਹੀਂ ਬਣਦੇ ਸਾਰੀ ਉਮਰ ਕੰਮ ਕਰਕੇ। ਇਦਾਂ ਹੀ ਹੈ ਜੀ, ਇਦਾਂ ਹੀ ਹੈ, ਇਦਾਂ ਹੀ। ਔਰ ਦੂਜੇ ਪਾਸੇ ਕੋਠੀਆਂ ਬਣ ਜਾਂਦੀਆਂ। ਇਦਾਂ ਹੀ ਆ। ਉਹਦੀ ਮਿਹਨਤ ਦਾ ਜਿਹੜਾ ਖੂਨ ਪੀਤਾ ਹੁੰਦਾ ਉਹਦੇ ਨਾਲ ਕੋਠੀਆਂ ਬਣਦੀਆਂ। ਇਦਾਂ ਹੀ। ਇਹ ਲੋਕ ਯਾਨੀ ਕਿ ਜਿਹੜਾ ਵੀ ਬੰਦਾ ਧੱਕਾ ਕਰਦਾ ਕਿਸੇ ਨਾਲ, ਕਿਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਕਰਦਾ, ਉਹ ਪਾਪੀ ਨਹੀਂ ਤਾਂ ਹੋਰ ਕੀ ਹੈ। ਬਿਲਕੁਲ ਬਿਲਕੁਲ। ਹਾਂਜੀ, ਪਰ ਗੱਲ ਇਹ ਵੀ ਸਾਨੂੰ ਉੱਥੇ ਜਿਹੜੀਆਂ ਗੱਲਾਂ ਸੁਣਾਈਆਂ ਜਾਂਦੀਆਂ ਵੀ ਅਗਲੇ ਜਨਮ ਵਿੱਚ, ਜਿੱਦਾਂ ਫਕੀਰ ਚੌਹਾਨ ਸਾਹਿਬ ਉਹਨੇ ਵੀ ਦੱਸਿਆ ਵੀ ਅਗਲੇ ਜਨਮ ਵਿੱਚ ਇਹਦਾ ਫੈਸਲਾ ਹੋਊਗਾ, ਇਸ ਜਨਮ ਵਿੱਚ ਤੁਸੀਂ ਇੰਨੇ ਦਿਨ ਕੱਟ ਲਓ। ਬਿਲਕੁਲ। ਤੇ
ਉਹ ਸਾਡੇ ਸਮਝਾਇਆ ਜਾਂਦਾ, ਆਪ ਪੂਰੀਆਂ ਸ਼ੈਤਾਨੀਆਂ ਕੀਤੀਆਂ ਇਦਾਂ ਹੀ। ਸੋ ਤੁਸੀਂ ਜਿਹੜਾ ਇਦਾਂ ਦਾ ਲਿਆਉਂਦੇ ਆ ਟੌਪਿਕ, ਬਹੁਤ ਵਧੀਆ ਗੱਲ ਆ। ਔਰ ਮੈਂ ਕਹਿੰਦਾ ਇਹ 'ਚ ਕਸੂਰਵਾਰ ਸਾਰੇ ਲੋਕ ਹੈਗੇ, ਦੇਖਣ ਵਾਲੇ ਵੀ ਕਸੂਰਵਾਰ ਆ ਇਹਨਾਂ ਗੱਲਾਂ। ਬਿਲਕੁਲ ਹੈਗੇ ਆ, ਬਿਲਕੁਲ ਹੈ, ਬਿਲਕੁਲ। ਔਰ ਧੱਕੇਸ਼ਾਹੀ ਕਰਨ ਵਾਲਾ ਤਾਂ ਕਸੂਰਵਾਰ ਹੈਗਾ, ਜਿਹੜਾ ਪੀੜਤ ਆ ਉਦੋਂ ਵੀ ਵੱਧ ਕਸੂਰਵਾਰ ਆ। ਠੀਕ ਹੈ। ਇੱਕ ਤਾਂ ਉਹ ਵਿਚਾਰੇ ਦੀ ਜੇ ਉਹ ਗੱਲ ਕਰਦਾ ਨਾ ਸੁਣੀ ਵੀ ਨਹੀਂ ਜਾਂਦੀ ਉਹਦੀ। ਹਾਂਜੀ। ਕਿਉਂਕਿ ਉਹਦੀ ਤਾਕਤ ਉਹਦੇ ਵਿੱਚ ਘੱਟ ਹੁੰਦੀ, ਉਹਦੇ ਕੋਲ ਪੈਸਾ ਧੇਲਾ ਘੱਟ ਹੁੰਦਾ, ਉਹਦੀ ਕੋਈ ਨਹੀਂ ਸੁਣਦਾ। ਸੁਣਦੇ ਵੀ ਉਹਦੀ ਜਿਹਦੇ ਵਿੱਚ ਕੋਈ ਜਿਹਦਾ ਕੋਈ ਇਨਕਮ ਸੋਰਸ ਚੰਗਾ ਹੋਵੇ ਨਾ। ਬਿਲਕੁਲ। ਓਕੇ ਬਲਬੀਰ ਜੀ। ਜਾਨੀ ਸਾਰੀ ਉਮਰ ਉਹ ਹੱਡ ਰਗੜਾਉਂਦਾ, ਉਹਦੀ ਸੁਣਦਾ ਕੋਈ ਨਹੀਂ। ਤੇ ਇਦਾਂ ਦੀ ਧੱਕੇਸ਼ਾਹੀ ਤਾਂ ਨਹੀਂ, ਇਹ ਆਵੇਂ ਉੱਥੇ ਹੈਗੀ। ਸੋ ਤੁਹਾਡਾ ਥੈਂਕ ਯੂ ਅਸੀਂ ਕਰਦੇ। ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਬਲਬੀਰ ਰਾਏ ਹੋਣੀ, ਜਿਹੜੇ ਸਾਡੇ ਇੱਥੇ ਟੈਲੀਵਿਜ਼ਨ ਵਿੱਚ ਕਾਂਚੀ ਟੈਲੀਵਿਜ਼ਨ 'ਤੇ ਪ੍ਰੈਜ਼ੈਂਟਰ ਵੀ ਹੈਗੇ ਆ ਅਤੇ ਬਹੁਤ ਵਧੀਆ ਪ੍ਰੋਗਰਾਮ ਦਿੰਦੇ ਆ। ਬਹੁਤ ਹੀ ਜ਼ਿਆਦਾ ਜਿਹੜੇ ਮਸਲੇ ਆਪਾਂ ਗੱਲ ਕੀਤੀ ਸੀ ਅੱਜ ਮਸਲੇ ਬਾਰੇ, ਬਹੁਤ ਸਾਰੀਆਂ ਕਾਲਸ ਆਈਆਂ ਅਤੇ ਕੁਛ ਕਿਹੜੀਆਂ ਕਾਲਸ ਹੈਗੀਆਂ ਉਹ ਮੇਰਾ ਖਿਆਲ ਕੋਸ਼ਿਸ਼ ਲੋਕ ਕਰਦੇ ਹੋਣੀ, ਸ਼ਾਇਦ ਨਹੀਂ ਮਿਲਿਆ ਸਾਡੇ ਤੋਂ। ਹੁਣ ਸਿਰਫ 1 ਮਿੰਟ ਵਾਪਸ 1 ਮਿੰਟ ਰਹਿ ਗਿਆ ਹੈਗਾ ਖਤਮ ਹੋਣ ਲਈ ਪ੍ਰੋਗਰਾਮ। ਅਗਲੇ ਹਫ਼ਤੇ ਤੁਹਾਡੇ ਲਈ ਮੈਂ ਇੱਕ ਹੋਰ ਵਧੀਆ ਜਿਹੜਾ ਟੌਪਿਕ ਹੈਗਾ ਉਹ ਲੈ ਕੇ ਆਊਂਗਾ। ਅਤੇ ਮੈਂ ਸਾਰਿਆਂ ਹੀ ਆਪਣੇ ਦੋਸਤਾਂ ਮਿੱਤਰਾਂ ਦਾ, ਸਾਰੇ ਦਰਸ਼ਕਾਂ ਦਾ, ਸਾਰੇ ਕਾਲਰਸ ਦਾ ਨਹੀਂ ਹੁਣ ਤਾਂ ਮੇਰਾ ਖਿਆਲ ਨਹੀਂ ਲੈ ਹੋਣੀ, ਕਿਉਂਕਿ ਮਿੰਟ ਨਹੀਂ ਹੈ, ਕਿਉਂਕਿ ਜਿਹੜਾ ਟਾਈਮ ਖਤਮ ਹੋ ਗਿਆ ਹੈਗਾ। ਅਤੇ ਅਗਲੇ ਹਫ਼ਤੇ ਤੁਹਾਡੇ ਨਾਲ ਮੈਂ ਫੇਰ ਲੈ ਕੇ ਆਉਂਗਾ। ਅਤੇ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਜ਼ਰੂਰ ਮੈਨੂੰ ਦੱਸਣਾ, ਅਤੇ ਕਿੱਥੇ ਖਾਮੀਆਂ ਰਹਿ ਗਈਆਂ ਤਾਂ ਕਿ ਮੈਂ ਉਹਨਾਂ ਖਾਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂ ਅਤੇ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾ ਸਕੀਏ। ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਪ੍ਰੋਗਰਾਮ ਜਿਹੜਾ ਹੈਗਾ ਨਹੀਂ ਚੱਲ ਸਕਦਾ, ਅਤੇ ਮੈਨੂੰ ਤੁਹਾਡੇ ਕਾਲਸ ਦੀ ਸਦਾ ਹੀ ਜ਼ਰੂਰਤ ਰਹਿੰਦੀ ਹੈ। ਮੈਨੂੰ ਪਤਾ ਲੱਗ ਵੀ ਹੁਣ ਵੀ ਟੈਲੀਫੋਨ ਲੋਕ ਕਰ ਰਹੇ ਹੈਗੇ ਆ, ਪਰ ਸਾਡੇ ਤੋਂ ਟਾਈਮ ਨਹੀਂ ਹੈ। ਮੈਂ ਕਿ ਅਗਲੇ ਹਫ਼ਤੇ ਜਿਹੜਾ ਹੈਗਾ ਫਿਰ ਤੁਹਾਡੇ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਿਰਫ ਸਮਾਜਿਕ ਮਸਲਿਆਂ ਬਾਰੇ ਲਿਖਦਾ ਹੈਗਾ, ਅਤੇ ਸ਼ਾਇਦ ਉਹਨਾਂ ਮਸਲਿਆਂ ਬਾਰੇ ਕਿਤੇ ਹੋਰ ਚਰਚਾ ਸ਼ਾਇਦ ਨਾ ਹੁੰਦਾ ਹੋਵੇ, ਅਤੇ ਜਿਹੋ ਜਿਹਾ ਮੈਂ ਲੇਖ ਲਿਖਦਾ ਹੈਗਾ ਸ਼ਾਇਦ ਇਹੋ ਜਿਹਾ ਲੇਖ ਵੀ ਸ਼ਾਇਦ ਕੋਈ ਹੋਰ ਜਿਹੜਾ ਹੈਗਾ ਨਾ ਲਿਖਦਾ ਹੋਵੇ, ਅਤੇ ਇਹੋ ਜਿਹਾ ਪ੍ਰੋਗਰਾਮ ਵੀ ਸ਼ਾਇਦ ਕਿਸੇ ਹੋਰ ਟੈਲੀਵਿਜ਼ਨ ਵਿੱਚ ਨਾ ਹੁੰਦਾ ਹੋਵੇ। ਸੋ ਇਸ ਕਰਕੇ ਇਹ ਵਿਲੱਖਣ ਕਿਸਮ ਦਾ ਪ੍ਰੋਗਰਾਮ ਹੈਗਾ, ਇਹ ਤੁਹਾਡੇ ਸਹਿਯੋਗ ਨਾਲ ਹੀ ਅੱਗੇ ਚੱਲ ਸਕਦਾ। ਅਤੇ ਮੈਂ ਤੁਹਾਨੂੰ ਅਗਲੇ ਹਫ਼ਤੇ ਮਿਲਦਾ। ਮੈਨੂੰ ਤੁਸੀਂ ਹੁਣ ਇੱਥੇ ਇਜਾਜ਼ਤ ਦਿਓ। ਤੁਸੀਂ ਆਪਣਾ ਰੱਖਿਓ ਖਿਆਲ, ਅਤੇ ਮੈਂ ਅਗਲੇ ਹਫ਼ਤੇ ਤੁਹਾਨੂੰ ਮਿਲਦਾ। ਬਾਏ ਬਾਏ ਜੀ।